ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸ਼ਰਨਾ। ਮਿਲੈ ਦਾਨ ਸੰਤ ਰੇਨ, ਜਿਹ ਲਗ ਭਉ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨਹੁ, ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ। ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ। ਸਭ ਕਲ ਉਧਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ। ਜਨ ਨਾਨਕ ਗੁਰ ਪਰ ਬ੍ਰਹਮ, ਤੂੰ ਸੁਲਤਾਨ ਕਹਾਂ ਹਉ ਮੀਆਂ। ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਜੁਗੋ ਜੁਗ ਅਟਲ ਚਾਵਰ ਛਤਰ ਤਖਤ ਤੇ ਮਾਲਕ, ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਬਾਣੀ ਕੇ ਬੋਹਿਥ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦਾ ਨਿਗਮਾਨ ਰਹੇ। ਗੁਰੂ ਪਿਆਰੇ, ਗੁਰੂ ਸਵਾਰਿਓ, ਸਤਿਗੁਰਾਂ ਦੇ ਹਜ਼ੂਰ ਆਪਣੀ ਹਾਜ਼ਰੀ ਲਵਾਈਏ। ਰਸਨਾ ਪਵਿੱਤਰ ਕਰਦਿਆਂ ਬੜੇ ਹੀ ਪਿਆਰ ਸਤਿਕਾਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਆਪਸ ਵਿੱਚ ਸਾਂਝੀ ਕਰੀਏ ਜੀ। ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੇ ਇੱਕ ਬੜਾ ਵੱਡਾ ਪਰਉਪਕਾਰ ਕੀਤਾ, ਜਾਂਦੇ ਹੋਏ ਧਰਮ ਨੂੰ ਰੱਖਿਆ, ਰੋਕਿਆ, ਤੇ ਵੱਧਦੇ ਹੋਏ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖੇੜਨੀਆਂ ਆਰੰਭ ਕੀਤੀਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਨੇ ਇਹ ਕੌਤਕ ਕੀਤਾ ਹੈ। ਇਤਿਹਾਸ ਉਸ ਕੌਤਕ ਨੂੰ, ਉਸ ਇਤਿਹਾਸ ਨੂੰ, ਜੋ ਧਾਰਮਿਕ ਗ੍ਰੰਥ, ਇਤਿਹਾਸਕ ਗ੍ਰੰਥ ਨੇ, ਇਹਨਾਂ ਸ਼ਬਦਾਂ ਦੇ ਰਾਹੀਂ ਸਾਡੇ ਸਨਮੁਖ ਰੱਖਦੇ ਨੇ। ਤਬ ਤੇ ਤੁਰਕ ਕਲਾ ਪਈ ਢਿੱਲੀ, ਤਬ ਤੇ ਘਟੀ ਪਾਤਸ਼ਾਹੀ ਦਿੱਲੀ। ਗੁਰੂ ਨੇ ਧਰਮ ਰੱਖਿਆ, ਅਧਰਮ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ। ਉਸ ਤੋਂ ਬਾਅਦ ਇਹ ਜ਼ੁਲਮੀ ਰਾਜ ਘਟਦਾ 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 ਅਖੀਰ ਖਤਮ ਹੋ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ
ਭਾਵੇਂ ਇਸ ਸਰੀਰ ਦਾ ਠਿਕਰਾ ਦਿਲੀਸ ਸਿਰ ਭੰਨ ਦਿੱਤਾ, ਪਰ ਸਮੁੱਚੇ ਜਗਤ ਨੂੰ ਇੱਕ ਵਿਚਾਰ, ਇੱਕ ਸਿਧਾਂਤ ਸਤਿਗੁਰੂ ਜੀ ਬਖਸ਼ਿਸ਼ ਕਰਕੇ ਗਏ। ਮੇਰੇ ਮਾਲਕ ਨੇ ਇਹ ਗੱਲ ਸਮਝਾ ਦਿੱਤੀ ਸੀ ਕਿ ਅੱਜ ਤੇ ਇਹ ਸਰੀਰ ਦਾ ਠਿਕਰਾ ਫੋੜ ਕਰਕੇ ਮੈਂ ਇਹ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿਆਂਗਾ, ਪਰ ਬਾਰ-ਬਾਰ ਜ਼ੰਜੀਰਾਂ ਪੈਂਦੀਆਂ ਰਹੀਆਂ ਤੇ ਫਿਰ ਕੀ ਕਰੋਗੇ? ਬਾਰ-ਬਾਰ ਜ਼ੰਜੀਰਾਂ ਗੁਲਾਮੀ ਦੀਆਂ ਪੈਂਦੀਆਂ ਰਹੀਆਂ ਤੇ ਫਿਰ ਕੀ ਕਰੋਗੇ? ਬਾਰ-ਬਾਰ ਕਿਵੇਂ ਤੋੜੋਗੇ? ਇਸ ਲਈ ਚੰਗੀ ਗੱਲ ਹੈ ਕਿ ਉਸ ਭੇਤ ਨੂੰ ਸਮਝੋ ਕਿ ਇਹ ਜ਼ੰਜੀਰਾਂ ਪੈਂਦੀਆਂ ਕਿਉਂ ਨੇ। ਉਸ ਭੇਤ ਨੂੰ ਸਮਝੋ ਕਿ ਗੁਲਾਮੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਪੈਂਦੀਆਂ ਕਿਉਂ ਨੇ। ਇਸ ਭੇਤ ਨੂੰ ਸਮਝ ਲਓ। ਜੇ ਇਸ ਮਰਮ ਨੂੰ ਸਮਝ ਲਿਆ ਤੇ ਉਸ ਭੇਤ ਨੂੰ, ਉਸ ਮਰਮ ਨੂੰ ਸਮਝ ਕਰਕੇ ਉਸ 'ਤੇ ਅਮਲ ਕਰ ਲਿਆ, ਉਸ ਨੂੰ ਸਾਧ ਲਿਆ, ਤੇ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਪੈਣਗੀਆਂ ਤੇ ਤੋੜਨ ਦੀ ਨੌਬਤ ਹੀ ਨਹੀਂ ਆਏਗੀ। ਗੁਰਦੇਵ ਨੇ 9ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਆਖਦੇ ਬੰਧਨ ਜ਼ੰਜੀਰਾਂ ਕਦੋਂ ਪੈਂਦੀਆਂ ਨੇ? ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਆਖਦੇ ਜਦੋਂ ਬਲ ਛੁੱਟ ਜਾਂਦਾ ਹੈ, ਜਦੋਂ ਤੁਹਾਡੀ ਤਾਕਤ ਘਟਦੀ ਹੈ, ਬੰਧਨ ਉਦੋਂ ਹੀ ਪੈਂਦੇ ਨੇ। ਬਲ ਛੁਟਕਿਓ ਬੰਧਨ ਪਰੇ, ਤੇ ਜਦੋਂ ਬੰਧਨ ਪੈ ਗਿਆ ਨਾ, ਫਿਰ ਤੁਸੀਂ ਜਿੰਨੇ ਮਰਜ਼ੀ ਯਤਨ ਕਰਨ ਦੀ ਕੋਸ਼ਿਸ਼ ਕਰੋ, ਪਰ ਤੁਹਾਡੇ ਉਸ ਬੰਧਨ ਤੋਂ ਮੁਕਤ ਹੋਣ ਵਾਲੇ ਜਿਹੜੇ ਯਤਨ ਨੇ ਨਾ, ਜ਼ਰੂਰੀ ਨਹੀਂ ਜੇ ਸਾਰਥਕ ਹੋਵਣਗੇ। ਜਦੋਂ ਤੱਕ ਤੁਸੀਂ ਆਜ਼ਾਦ ਹੋ, ਤੁਸੀਂ ਆਪਣੇ ਕਿਲੇ ਵੀ ਬਣਾ ਸਕਦੇ ਹੋ। ਜਦੋਂ ਤੱਕ ਤੁਸੀਂ ਆਜ਼ਾਦ ਹੋ, ਸ਼ਸਤਰਾਂ ਦਾ ਅਭਿਆਸ ਵੀ ਕਰ ਸਕਦੇ ਹੋ। ਜਦੋਂ ਤੱਕ ਤੁਸੀਂ ਆਜ਼ਾਦ ਹੋ, ਆਪਣੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੇ ਭਵਿੱਖ ਨੂੰ ਤਿਆਰ ਕਰ ਸਕਦੇ ਹੋ ਗਿਆਨ ਦੇ ਰਾਹੀਂ। ਜਦੋਂ ਤੱਕ ਤੁਸੀਂ ਆਜ਼ਾਦ ਹੋ, ਤੁਸੀਂ ਆਪਣੀ ਰੱਖਿਆ ਦੇ ਲਈ ਹਰ ਇੱਕ ਵਿਉਂਤਬੰਦੀ ਘੜ ਸਕਦੇ ਹੋ। ਪਰ ਜਿਸ ਦਿਨ ਬੰਧਨ ਪੈ ਗਿਆ ਨਾ, ਗੁਰਦੇਵ ਫਰਮਾਉਂਦੇ ਕਛੂ ਨਾ ਹੋ ਤੂੰ ਪਾਏ। ਭੁਲੇਖਾ ਹੈ ਕਿ ਬੰਧਨ ਪੈਣ ਤੋਂ ਬਾਅਦ ਕੋਈ ਚਾਰਾਜੋਈ ਕੀਤੀ ਜਾ ਸਕਦੀ ਹੈ। ਜੋ ਮੌਜੂਦਾ ਸਮਾਂ ਹੈ ਨਾ, ਇਹਦੇ ਵਿੱਚ ਇਸ ਗੱਲ ਨੂੰ ਸਮਝਣਾ ਬੜਾ ਸੌਖਾ ਹੋ ਜਾਂਦਾ ਹੈ। ਇਜ਼ਰਾਈਲ ਦੀ ਅਸੀਂ ਉਦਾਹਰਨ ਸਮਝੀਏ। ਫਿਲਿਸਤੀਨ ਇੱਕ ਦੇਸ਼ ਜਿਹਨੇ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਸ਼ਰਨ ਦਿੱਤੀ ਸੀ। ਉਸ ਵਕਤ ਜਦੋਂ ਇਹ ਲੋਕ, ਇਹ ਯਹੂਦੀਆਂ ਨੂੰ ਇਸ ਦੁਨੀਆ ਤੋਂ ਖਤਮ ਕਰਨ ਦੀ ਇੱਕ ਲਹਿਰੀ ਬਣੀ ਹੋਈ ਸੀ, ਸ਼ਰਨ ਦਿੱਤੀ, ਪਰ ਉਹ ਸ਼ਰਨ ਦੇਣ ਦੇ ਵਿੱਚ ਆਪਣੇ ਮੂਲ ਸਿਧਾਂਤ, ਆਪਣੀ ਆਜ਼ਾਦੀ, ਆਪਣੇ ਅਧਿਕਾਰਾਂ ਤੋਂ ਅਵੇਸਲੇ ਹੋ ਗਏ। ਸਹਿਜੇ ਸਹਿਜੇ ਐਸਾ ਹੋਇਆ, ਉਹ ਲੋਕ ਕਾਬਜ਼ ਹੋ ਗਏ ਤੇ ਫਿਲਿਸਤੀਨ ਦੇ ਲੋਕ, ਮੂਲ ਜੋ ਉਸ ਦੇਸ਼ ਦੇ ਬਸਿੰਦੇ ਸਨ, ਮਾਲਕ ਸਨ, ਉਹ ਗੁਲਾਮ ਬਣ ਗਏ। ਤੇ ਗੁਲਾਮੀ ਇੰਨੀ ਕੁ, ਅੱਜ ਉਹ ਲੋਕ ਇਜ਼ਰਾਈਲ ਦਾ ਦੇਸ਼ ਬਣਾ ਕਰਕੇ ਫਿਲਿਸਤੀਨ ਦੇ ਉੱਤੇ ਕਾਬਜ਼ ਨੇ। ਅੱਜ ਫਿਲਿਸਤੀਨ ਨੂੰ ਆਪਣੀ ਪੁਲਿਸ, ਆਪਣੀ ਆਰਮੀ ਰੱਖਣ ਦਾ ਵੀ ਅਧਿਕਾਰ ਨਹੀਂ ਹੈ। ਉਹ ਦੇਸ਼ ਜਿਹੜਾ ਆਜ਼ਾਦ ਸੀ, ਜਿਹੜਾ ਸ਼ਰਨ ਦੇ ਰਿਹਾ ਸੀ, ਅੱਜ ਆਪ ਗੁਲਾਮ ਹੋ ਗਿਆ। ਯਤਨ ਕਰਦਾ ਹੈ, ਪਰ ਉਹਦਾ ਯਤਨ ਕਿਸੇ ਲੇਖੇ ਨਹੀਂ। ਗੁਰਦੇਵ ਫਰਮਾਉਂਦੇ, ਜਿਸ ਦਿਨ ਬੰਧਨ ਪੈ ਗਏ ਨਾ, ਉਸ ਦਿਨ ਤੋਂ ਬਾਅਦ ਕੋਈ ਤੇਰੇ ਕੋਲ ਉਪਾਅ ਨਹੀਂ ਜੇ ਹੋਣਾ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਉਸ ਵੇਲੇ ਬਸ ਪਰਮਾਤਮਾ ਦਾ ਹੀ ਆਸਰਾ ਰਹਿ ਜਾਂਦਾ ਹੈ। ਫਿਰ ਪਰਮਾਤਮਾ ਗੁਰੂ ਕਿਰਪਾ ਕਰੇ, ਕੋਈ ਖੇਡ ਵਰਤਾ ਦੇ ਤਾਂ ਬੰਧਨ ਟੁੱਟਦਾ ਹੈ। ਮਨੁੱਖ ਦੇ ਵੱਸ ਦੀ ਗੱਲ ਕੋਈ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਸ ਜਗਤ 'ਤੇ ਆਏ ਨਾ, ਮੇਰੇ ਦਾਤਾਰ ਪਿਤਾ ਜੀ ਨੇ ਇਹੋ ਦੇਖਿਆ ਹੈ ਕਿ ਇਹ ਲੋਕ, ਇਹ ਦੁਨੀਆ, ਇਹ ਭਾਰਤ ਵੰਸ਼ੀ ਗੁਲਾਮ ਨੇ।
ਇੱਕ ਤੇ ਆਪਣੇ ਵਿਕਾਰਾਂ ਦੇ ਕਾਰਨ ਅੰਦਰੂਨੀ ਤੌਰ 'ਤੇ ਅਧਿਆਤਮਿਕ ਤੌਰ 'ਤੇ ਗੁਲਾਮ ਨੇ, ਅਤੇ ਦੂਜਾ ਬਹਿਰੂਨੀ ਤੌਰ 'ਤੇ ਆਪਣੇ ਵਿਤਕਰਿਆਂ ਦੇ ਕਾਰਨ, ਜ਼ਾਤ ਪਾਤ ਦੇ ਝਮੇਲਿਆਂ ਦੇ ਕਾਰਨ, ਧਰਮਾਂ ਦੇ ਬਖੇੜਿਆਂ ਦੇ ਕਾਰਨ, ਆਪਸੀ ਰੰਜਿਸ਼ ਦੇ ਕਾਰਨ ਇਹਨਾਂ ਨੇ ਉਹ ਗੁਲਾਮੀ ਆਪਣੇ ਗਲ ਸਹੇੜ ਲਈ ਜਿਹੜੀ ਸਦੀਆਂ ਤੱਕ ਇਹਨਾਂ ਦਾ ਪਿੱਛਾ ਨਹੀਂ ਛੱਡੇਗੀ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਰਾਲਾ ਆਰੰਭ ਕੀਤਾ, ਗਜ ਜਿਉ ਹੋ ਸਹਾਏ ਵਾਲਾ। ਮੇਰੇ ਮਾਲਕ ਜੀ ਸਹਾਈ ਹੋਵਣ ਲੱਗੇ ਇਸ ਦੇਸ਼ ਦੇ, ਅਤੇ ਮੇਰੇ ਮਾਲਕ ਨੇ ਇਹਨਾਂ ਦੇ ਬਲ ਨੂੰ ਵਧਾਉਣਾ ਆਰੰਭ ਕੀਤਾ, ਬਲ ਨੂੰ ਵਧਾਉਣਾ ਆਰੰਭ ਕੀਤਾ। ਕਿਉਂ? ਕਿਉਂਕਿ 9ਵੇਂ ਪਾਤਸ਼ਾਹ ਨੇ ਫਿਰ ਜ਼ਿਕਰ ਕੀਤਾ, ਅੱਖ ਦੇ ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ। ਅਗਲਾ ਸ਼ਲੋਕ, ਬਲ ਪੈਦਾ ਹੋ ਗਿਆ, ਬੰਧਨ ਛੁੱਟਣਗੇ, ਬੰਧਨ ਛੁੱਟ ਗਏ, ਫਿਰ ਆਜ਼ਾਦ ਹੈ, ਜੋ ਮਰਜ਼ੀ ਕਰੇ, ਫਿਰ ਆਜ਼ਾਦ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਟੁੱਟਿਆਂ ਨੂੰ, ਇਹਨਾਂ ਫੁੱਟਿਆਂ ਨੂੰ, ਇਹਨਾਂ ਆਪਸ ਵਿੱਚ ਵਿਤਕਰੇ ਕਰਨ ਵਾਲਿਆਂ ਨੂੰ ਇੱਕ ਕਰਨਾ ਆਰੰਭ ਕੀਤਾ। ਕਿਉਂਕਿ ਜਦੋਂ ਇੱਕ ਹੋਏ ਤਾਂ ਬਲ ਹੋਵੇਗਾ, ਬਲ ਹੋਏਗਾ ਤੇ ਬੰਧਨ ਟੁੱਟਣਗੇ, ਬੰਧਨ ਟੁੱਟਣਗੇ ਤੇ ਆਪਣੀ ਮਰਜ਼ੀ ਚੱਲੇਗੀ। ਕਹਿੰਦੇ ਬਾਬਰ ਜਦੋਂ ਇਸ ਦੇਸ਼ 'ਤੇ ਚੜ੍ਹ ਕੇ ਆਇਆ ਨਾ ਤੇ ਹਮਲਾ ਕੀਤਾ ਉਹਨੇ, ਜੰਗ ਦੇ ਮੈਦਾਨ ਦੇ ਵਿੱਚ ਰਾਤ ਦਾ ਸਮਾਂ ਹੈ, ਉੱਚੀ ਥਾਂ ਦੇ ਉੱਤੇ ਇਸ ਬਾਬਰ ਦਾ ਤੰਬੂ ਹੈ। ਕਹਿੰਦੇ ਇਹਨੇ ਟਿੱਬੇ 'ਤੇ ਖੜ੍ਹ ਕੇ ਜਦੋਂ ਝਾਤ ਮਾਰੀ ਮੈਦਾਨ ਦੇ ਵਿੱਚ, ਤੇ ਦੂਰ ਜਿਹੜੇ ਦੁਸ਼ਮਣਾਂ ਦਾ ਕਾਫਲਾ ਹੈ ਉੱਤੇ ਕਈ ਥਾਈਂ ਅੱਗ ਜਲਦੀ ਹੋਈ ਨਜ਼ਰ ਆਉਂਦੀ ਹੈ। ਉਹਨੇ ਵਜ਼ੀਰ ਨੂੰ ਬੁਲਾਇਆ, ਆਖਣ ਲੱਗੇ ਇਹ ਕੀ ਕਾਰਨ, ਥਾਂ ਥਾਂ 'ਤੇ ਅੱਗ ਲੱਗੀ ਹੈ, ਕੀ ਉਸ ਪਾਸੇ ਕੋਈ ਘਟਨਾ ਵਾਪਰੀ ਹੈ ਜਾਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਹਮਲਾ ਕੀਤਾ ਗਿਆ, ਕੋਈ ਘਾੜਤ ਘੜੀ ਗਈ ਹਮਲੇ ਦੀ? ਕਹਿੰਦੇ ਨਹੀਂ ਜੀ, ਇਹ ਉਹਨਾਂ ਦਾ ਆਪਣਾ ਕਰਮ ਹੈ। ਕੀ ਕਰਮ ਹੈ? ਕਹਿੰਦੇ ਜੀ ਉਹ ਭੋਜਨ ਬਣਾ ਰਹੇ ਨੇ, ਰੋਟੀ ਬਣਾ ਰਹੇ ਨੇ। ਕਹਿੰਦੇ ਰੋਟੀ ਬਣਾ ਰਹੇ ਨੇ, ਭੋਜਨ ਬਣਾਉਣ ਦੇ ਲਈ ਇੰਨੀ ਥਾਂ 'ਤੇ ਅੱਗ? ਕਹਿੰਦੇ ਹਾਂ ਜੀ, ਇਹਨਾਂ ਦਾ ਆਪੋ ਆਪਣਾ ਹਿਸਾਬ ਹੈ, ਇਹ ਇੱਕ ਦੂਜੇ ਦੇ ਹੱਥ ਦੀ, ਇੱਕ ਦੂਜੇ ਦੇ ਘਰ ਦੀ ਰੋਟੀ ਨਹੀਂ ਖਾਂਦੇ। ਇਹਨਾਂ ਦੇ ਆਪਣੇ ਆਪਣੇ ਗਰੁੱਪ ਨੇ, ਆਪੋ ਆਪਣੀਆਂ ਜਾਤਾਂ ਨੇ, ਆਪੋ ਆਪਣੇ ਵਿਤਕਰੇ ਨੇ, ਆਪੋ ਆਪਣੀ ਮਨੋਤ ਦੇ ਮੁਤਾਬਿਕ ਇਹ ਭੋਜਨ ਤਿਆਰ ਕਰਦੇ ਨੇ। ਇੱਕ ਦੂਜੇ ਦੇ ਜਾਤ ਦਾ ਹੱਥ ਦਾ ਬਣਿਆ ਹੋਇਆ ਭੋਜਨ ਇਹ ਖਾ ਨਹੀਂ ਸਕਦੇ, ਇਹ ਇਹਨਾਂ ਦੇ ਨਿਯਮ ਨੇ। ਬਾਬਰ ਬੜਾ ਖੁਸ਼ ਹੋਇਆ, ਆਖਣ ਲੱਗੇ ਐਸੇ ਲੋਕਾਂ ਨੂੰ ਜਿੱਤਣਾ ਕਿੰਨਾ ਕੁ ਮੁਸ਼ਕਲ ਹੈ, ਐਸੇ ਲੋਕਾਂ ਨੂੰ ਜਿੱਤਣਾ ਬੜਾ ਆਸਾਨ ਹੈ। ਕਹਿੰਦੇ ਸਾਡੀ ਜਿੱਤ ਪੱਕੀ ਜੇ। ਬਾਬਰ ਮੁੜ ਕੇ ਇੱਥੋਂ ਗਿਆ ਹੀ ਨਹੀਂ, ਕਾਬਜ਼ ਹੋ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਹੋਕਾ ਇਹ ਦਿੱਤਾ ਸੀ, ਆਖਣ ਲੱਗੇ ਮੈਂ ਇਸ ਦੇਸ਼ ਦੇ ਅੰਦਰ, ਇਸ ਪੰਜਾਬ ਦੀ ਵਾਹਿਗੁਰੂ ਜੀ, ਪੰਜਾਬ ਦੀ ਧਰਤੀ ਦੇ ਅੰਦਰ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਨਾ ਹੈ ਜਿਨ੍ਹਾਂ ਨੂੰ ਜ਼ਾਤ ਪਾਤ ਇਤਿਆਦਿਕ ਦੇ ਨਾਮ ਦੇ ਉੱਤੇ ਤੋੜਿਆ ਗਿਆ, ਆਪਸ ਦੇ ਵਿੱਚ ਵਿਛੋੜਿਆ ਗਿਆ। ਗੁਰਦੇਵ ਨੇ ਪਹਿਲਾ ਹੋਕਾ ਦਿੱਤਾ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼। ਜਿਹੜੇ ਨੀਵੇਂ ਕਹੇ ਜਾਂਦੇ ਲੋਕ ਨੇ ਨਾ, ਇਸ ਭਾਰਤ ਦੇਸ਼ ਦੇ ਅੰਦਰ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ। ਅੱਜ ਵੀ ਲਗਭਗ 85% ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਹੈ, ਉਹ ਭਾਵੇਂ ਐਸੀ ਬੀਸੀ ਇਤਿਆਦਿਕ ਸਾਰੇ ਨੇ। ਹੁਣ ਇੰਨਾ ਵੱਡਾ ਹਿੱਸਾ ਦੇਸ਼ ਦਾ ਜਦੋਂ ਇੱਕ ਨੀਵਾਂ ਤਬਕਾ ਕਹਿ ਕਰਕੇ ਦੁਰਕਾਰ ਦਿੱਤਾ ਜਾਏ ਤੇ ਸੁਭਾਵਿਕ ਹੈ ਉਸ ਦੇਸ਼ ਦੀ ਤਾਕਤ ਆਪਣੇ ਆਪ ਘਟਦੀ ਹੈ। ਜਦੋਂ ਤੁਸੀਂ ਇੱਕ ਵੱਡੇ ਹਿੱਸੇ ਨੂੰ ਦੁਰਕਾਰ ਦਿੱਤਾ, ਜਿਨ੍ਹਾਂ ਨੇ ਤਾਕਤ ਬਣਨਾ ਸੀ ਉਹਨਾਂ ਨੂੰ ਵਿਰੋਧ ਵਿੱਚ ਖੜਾ ਕਰ ਦਿੱਤਾ, ਤੇ ਤਾਕਤ ਕਿੱਥੇ ਰਹੇਗੀ? ਗੁਰਦੇਵ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ। ਕਹਿੰਦੇ ਜਿਨ੍ਹਾਂ ਨੂੰ ਦੁਰਕਾਰਿਆ ਗਿਆ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਾਰਿਆਂ ਨੂੰ ਆਪਣੇ ਕਲਾਵੇ ਦੇ ਅੰਦਰ ਲਿਆ। ਤੇ ਦੇਖੋ ਕੈਸੀ ਪਿਆਰੀ ਖੇਡ। ਕਹਿੰਦੇ ਜਦੋਂ ਤੁਰਦੇ ਨੇ ਨਾ ਜਗਤ ਜਲੰਦੇ ਨੂੰ ਠਾਰਨ ਦੇ ਲਈ, ਇੱਕ ਪਾਸੇ ਮੁਸਲਮਾਨ ਹੈ ਤੇ ਇੱਕ ਪਾਸੇ ਹਿੰਦੂ ਹੈ। ਗੁਰਦੇਵ ਨੇ ਦੋਵਾਂ ਨੂੰ ਗਲ ਦੇ ਨਾਲ ਲਾਇਆ। ਇੱਕ ਪਾਸੇ ਉੱਚੀ ਜ਼ਾਤ ਕਿਹਾ ਜਾਣ ਵਾਲਾ ਤੇ ਇੱਕ ਪਾਸੇ ਡੂਮ ਮਰਾਸੀ ਹੈ ਜਿਹਨੂੰ ਨੀਵੀਂ ਜ਼ਾਤ ਦਾ ਕਿਹਾ ਜਾਂਦਾ ਹੈ। ਗੁਰਦੇਵ ਦੋਵਾਂ ਨੂੰ ਨਾਲ ਲੈ ਕੇ ਤੁਰੇ।
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਪਰਮਾਨੰਦ ਪੁਰੋਹਿਤ ਆਉਂਦਾ ਹੈ, ਜਿਹਨੂੰ ਪੰਮਾ ਪੁਰੋਹਿਤ ਕਰਕੇ ਇਤਿਹਾਸ ਨੇ ਲਿਖਿਆ। ਇਹ ਪਹਾੜੀ ਰਾਜਿਆਂ ਦਾ ਸਲਾਹਕਾਰ ਵੀ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਆਇਆ। ਮਨਸਾ ਸੀ ਮੈਂ ਤੱਕਾਂ ਤੇ ਸਹੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਐਸੀ ਕਿਹੜੀ ਤਾਕਤ ਹੈ ਜਿਸ ਤਾਕਤ ਦੇ ਉੱਤੇ ਮਾਣ ਕਰਕੇ ਇਹਨਾਂ 22 ਧਾਰ ਦੇ ਪਹਾੜੀ ਰਾਜਿਆਂ ਨੂੰ ਲਲਕਾਰ ਰਹੇ ਨੇ, ਉਹਨਾਂ ਦੇ ਸਾਹਮਣੇ ਅਡੋਲ ਖੜੇ ਨੇ। ਇਹਨੇ ਆ ਕਰਕੇ ਸ਼ਰਧਾ ਦੇ ਨਾਮ ਦੇ ਉੱਤੇ ਕੁਝ ਕੁ ਦਿਨ ਆਨੰਦਪੁਰ ਸਾਹਿਬ ਬਤੀਤ ਕੀਤੇ। ਬੜੇ ਧਿਆਨ ਨਾਲ ਇਹਨਾਂ ਸਾਰਾ ਕੁਝ ਵੇਖਿਆ, ਕਿਵੇਂ ਸ਼ਸਤਰ ਤਿਆਰ ਹੁੰਦੇ ਨੇ, ਕਿੰਨੇ ਕੁ ਸ਼ਸਤਰ ਨੇ, ਕਿਵੇਂ ਕਿਲਿਆਂ ਦੀ ਘਾੜਤ ਗੁਰਦੇਵ ਨੇ ਘੜੀ ਹੈ, ਕਿੰਨੇ ਕੁ ਸਤਿਗੁਰੂ ਕੋਲੋਂ ਸੂਰਮੇ ਯੋਧੇ ਨੇ, ਤੇ ਜਿਹੜੇ ਯੋਧੇ ਨੇ ਉਹ ਕਿਵੇਂ ਦੇ ਨੇ, ਕਿੰਨੇ ਕੁ ਬਲੀ ਨੇ, ਉਹਨਾਂ ਦੇ ਸਰੀਰ ਕੈਸੇ ਨੇ, ਉਹਨਾਂ ਦੀ ਸ਼ਸਤਰ ਵਿਦਿਆ ਕੈਸੀ ਹੈ, ਉਹਨਾਂ ਦਾ ਕੁਲ ਕੈਸਾ ਹੈ। ਸਹੀ ਅਸੀਂ ਕਹਿੰਦੇ ਹਾਂ ਨਾ ਜੀ, ਇਹ ਤੇ ਖਾਨਦਾਨੀ ਆਰਮੀ ਵਾਲੇ ਨੇ, ਖਾਨਦਾਨੀ ਸਿਪਾਹੀ ਨੇ, ਖਾਨਦਾਨੀ ਸੂਰਮੇ ਨੇ। ਉਹ ਕਹਿੰਦੇ ਤਕੀਏ ਤੇ ਸਹੀ, ਜੇ ਖਾਨਦਾਨੀ ਸੂਰਮੇ ਨੇ ਸੁਭਾਵਿਕ ਹੈ ਉਹਨਾਂ ਦੇ ਉੱਤੇ ਮਾਣ ਕੀਤਾ ਜਾ ਸਕਦਾ ਹੈ। ਉਹਨੇ ਚੰਗੀ ਤਰ੍ਹਾਂ ਵੇਖ ਪਰਖ ਕੇ ਨਾ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਇਹ ਬਚਨ ਕੀਤਾ, ਮੇਰੇ ਮਾਲਕ ਜੀ 22 ਧਾਰ ਦੇ ਪਹਾੜੀ ਰਾਜੇ ਜਿਹੜੇ ਨੇ ਨਾ, ਉਹ ਤੁਹਾਡੇ ਨਾਲ ਸੁਲ੍ਹਾ ਕਰਨ ਦੇ ਹੱਕ ਵਿੱਚ ਨੇ। ਉਹ ਚਾਹੁੰਦੇ ਨੇ ਕਿ ਤੁਹਾਡੇ ਨਾਲ ਮਿਲ ਕੇ ਰਿਹਾ ਜਾਏ, ਪਰ ਤੁਸੀਂ ਵੀ ਮਿਲ ਕੇ ਰਹੋ, ਉਹਨਾਂ ਦੀ ਅਧੀਨਗੀ ਕਬੂਲੋ। ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰੋ ਕਿ ਰਾਜ ਉਹਨਾਂ ਦਾ, ਤੁਹਾਡਾ ਇਹ ਸ਼ਹਿਰ ਉਹਨਾਂ ਦੇ ਰਾਜ ਦੇ ਅੰਦਰ ਹੈ, ਤੁਸੀਂ ਉਹਨਾਂ ਨੂੰ ਮਸੂਲ ਜਿਹੜਾ ਬਣਦਾ ਉਹ ਦੇ ਦਿਓ ਇਤਿਆਦਿਕ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਲੱਗੇ, ਪੰਮਿਆਂ ਇਹ ਜਗ੍ਹਾ ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜ਼ਰ ਖਰੀਦ ਜ਼ਮੀਨ ਹੈ, ਇਹ ਕਿਸੇ ਦੀ ਆਪਣੀ ਨਹੀਂ, ਇਹ ਸਾਡੀ ਗੁਰੂ ਪਿਤਾ ਦੀ ਖਰੀਦੀ ਹੋਈ ਜ਼ਮੀਨ ਹੈ। ਅਸੀਂ ਕਿਸੇ ਦੇ ਗੁਲਾਮ ਨਹੀਂ, ਅਸੀਂ ਕਿਸੇ ਦੇ ਅਧੀਨ ਨਹੀਂ, ਅਸੀਂ ਆਜ਼ਾਦ ਹਾਂ। ਉੱਥੇ ਕੁਝ ਗੱਲਾਂ ਪੰਮਾ ਪੁਰੋਹਿਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ। ਉਹ ਕਹਿੰਦਾ, ਸਤਿਗੁਰੂ ਮੈਂ ਹੈਰਾਨ ਹਾਂ, ਤੁਸੀਂ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਟੱਕਰ ਲੈਣ ਦੇ ਲਈ ਤਿਆਰ ਹੋਏ ਹੋ। ਇਹਨਾਂ ਲੋਕਾਂ ਦੇ ਸਹਾਰੇ ਜਿਹੜੇ ਤੁਹਾਡੇ ਚੌਗਿਰਦੇ ਖੜੇ ਨੇ, ਵਿੱਚੋਂ ਉਹਨੇ ਗੱਲਾਂ 2-3 ਜਿਹੜੀਆਂ ਵਿਸ਼ੇਸ਼ ਤੌਰ 'ਤੇ ਕਹੀਆਂ। ਕਹਿੰਦੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਬਹੁਤੀਆਂ ਜੰਗਾਂ ਨਹੀਂ ਲੜੀਆਂ। ਹਾਂ, ਤੁਹਾਡੇ ਕੋਲ ਆ ਗਏ ਨੇ, ਕਿਸੇ 2, 4, 8, 10 ਬੰਦਿਆਂ ਦੇ ਨਾਲ ਇਹਨਾਂ ਦਾ ਭੀੜ ਹੋ ਗਿਆ ਹੋਵੇਗਾ, ਗੱਲ ਵੱਖਰੀ ਹੈ। ਪਰ ਜਦੋਂ ਮੈਦਾਨ ਜੰਗ ਦੇ ਮੈਦਾਨ ਦੇ ਵਿੱਚ ਜੰਗ ਹੁੰਦਾ ਨਾ, ਤੋਪਾਂ ਚੱਲਦੀਆਂ ਨੇ, ਹਾਥੀ ਆਉਂਦੇ ਨੇ, ਵੱਡੇ ਵੱਡੇ ਸੂਰਮੇ ਸੰਜੋਆਂ ਪਾ ਕਰਕੇ ਸਾਹਮਣੇ ਖਲੋਂਦੇ ਨੇ, ਉਦੋਂ ਤੇ ਫਿਰ ਕਈ ਵਾਰ ਕਈ ਜੰਗਾਂ ਦਾ ਅਭਿਆਸ ਕਰਨ ਵਾਲੇ ਸੂਰਮੇ ਵੀ ਆਪਣੇ ਹੱਥੋਂ ਤਲਵਾਰਾਂ ਛੱਡ ਦਿੰਦੇ ਨੇ। ਇਹਨਾਂ ਲੋਕਾਂ ਦੇ ਸਹਾਰੇ ਤੁਸੀਂ ਲੜਨਾ ਚਾਹੁੰਦੇ ਹੋ, ਚਲੋ ਤੁਸੀਂ ਇਹਨਾਂ ਨੂੰ ਇਕੱਠਿਆਂ ਕਰ ਵੀ ਲਿਆ, ਪਰ ਗੁਰਦੇਵ ਇਹਨਾਂ ਦੇ ਵਿੱਚੋਂ ਕੋਈ ਇੱਕ ਦੱਸ ਦਿਓ ਜਿਹੜਾ ਖਾਨਦਾਨੀ ਸੂਰਮਾ ਹੋਵੇ, ਜਿਨ੍ਹਾਂ ਦਾ ਪਿਓ ਦਾਦਾ ਕੋਈ ਰਾਜਾ ਹੋਵੇ, ਕੋਈ ਮਹਾਰਾਜਾ ਹੋਵੇ, ਕੋਈ ਵਜ਼ੀਰ ਹੋਵੇ, ਕੋਈ ਵੱਡਾ ਫੌਜਦਾਰ ਹੋਵੇ, ਕੋਈ ਨਵਾਬ ਹੋਵੇ, ਕੋਈ ਤੇ ਹੋਵੇ ਜਿਨ੍ਹਾਂ ਦੇ ਖਾਨਦਾਨੀ ਪੀੜ੍ਹੀ ਦਰ ਪੀੜ੍ਹੀ ਇਹ ਬਾਦਸ਼ਾਹੀ ਜਾਂ ਇਹ ਤਾਕਤ ਜਾਂ ਇਹ ਰਾਜਸੀ ਸੱਤਾ ਦਾ ਜਿਹੜਾ ਖੂਨ ਹੈ ਉਹ ਵਗ ਰਿਹਾ ਹੋਵੇ। ਸਤਿਗੁਰੂ ਜੀ ਚੁੱਪ ਨੇ। ਇਹਨੇ ਫਿਰ ਅਗਲੀ ਗੱਲ ਕੀਤੀ, ਆਖਣ ਲੱਗੇ ਚਲੋ ਸਤਿਗੁਰੂ ਜੀ ਮੰਨ ਵੀ ਲਈਏ ਕਿ ਇਹ ਤੁਹਾਡੇ ਲਈ ਲੜਨਗੇ, ਤੁਹਾਡੇ ਲਈ ਲੜਨ ਦੇ ਲਈ ਤਿਆਰ ਹੋ ਜਾਵਣਗੇ ਇਹ, ਪਰ ਕਿੰਨੇ ਕੁ ਤਿਆਰ ਕਰ ਲਓਗੇ? 100, 200, 500, 1000? ਪਰ ਜਦੋਂ ਪਹਾੜੀ ਰਾਜੇ ਆਵਣਗੇ ਹਜ਼ਾਰਾਂ ਦੀ ਗਿਣਤੀ ਵਿੱਚ ਆਵਣਗੇ, ਤੇ ਇੱਥੋਂ ਤੱਕ ਹਜ਼ਾਰਾਂ ਹੀ ਨਹੀਂ, ਜੇਕਰ ਉਹਨਾਂ ਦਿੱਲੀ ਦਾ ਵੀ ਸਾਥ ਲਿਆ ਤੇ ਗਿਣਤੀ ਲੱਖਾਂ ਵਿੱਚ ਹੋ ਜਾਏਗੀ। ਕਿਵੇਂ ਲੜੋਗੇ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਜ ਜਿਉ ਹੋ ਸਹਾਏ, ਉਹਨਾਂ ਨੇ ਬਚਨ ਕੀਤਾ ਸੀ, ਆਖਦੇ ਪੰਮਿਆਂ ਤੇਰੀਆਂ ਸਾਰੀਆਂ ਗੱਲਾਂ ਸੱਚੀਆਂ ਨੇ, ਪਰ ਵੇਖ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਹਾਂ,
ਗੁਰੂ ਨਾਨਕ ਇਸ ਜਗਤ ਦੇ ਅੰਦਰ ਆਏ ਹੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਲਈ ਨੇ, ਤੇ ਉਹ ਉਸੇ ਸਮਰੱਥ ਨੇ। ਉਸੇ ਤਰ੍ਹਾਂ ਜਿਵੇਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਸ ਬੰਧਨ ਵਿੱਚ ਪਏ ਹੋਏ ਹਾਥੀ ਦੀਆਂ ਜੰਜੀਰਾਂ, ਹਾਥੀ ਦੇ ਬੰਧਨ ਨੂੰ ਤੋੜਨ ਵਿੱਚ ਸਮਰੱਥ ਨੇ, ਗੁਰੂ ਨਾਨਕ ਕਿਰਪਾ ਕਰੇਗਾ। ਪੰਮਿਆਂ ਤੂੰ ਵੇਖੀ, ਉਹ ਸਮਾਂ ਆਏਗਾ ਜਿਨ ਕੀ ਜ਼ਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਤੂੰ ਕਹਿੰਦਾ ਹੈ ਨਾ ਕਿ ਇਹਨਾਂ ਦੀ ਜ਼ਾਤ ਪਾਤ ਕੁਲ ਦੇ ਵਿੱਚ ਕੋਈ ਸੂਰਮਾ ਨਹੀਂ ਹੋਇਆ, ਵੇਖੀ ਇਹਨਾਂ ਨੂੰ ਸਰਦਾਰ ਬਣਾਉਣਾ ਹੈ। ਗੱਜ ਜਿਉ ਹੋ ਸਹਾਏ। ਦੂਜੀ ਗੱਲ ਗੁਰਦੇਵ ਨੇ ਬਚਨ ਕੀਤੇ ਸਨ, ਆਖਣ ਲੱਗੇ ਪੰਮਿਆਂ ਇਸ ਗੱਲ ਨੂੰ ਪੱਲੇ ਬੰਨ ਲੈ। ਆਖਦੇ ਚਿੜੀਓਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਮੈਂ ਇੱਕ ਦੇ ਨਾਲ ਲੱਖਾਂ ਦੇ ਨਾਲ ਇੱਕ ਨੂੰ ਭਿੜਨ ਦੇ ਲਈ ਤਿਆਰ ਕਰ ਦਿਆਂਗਾ। ਤੂੰ ਵੇਖੇਂਗਾ ਉਹ ਲੜਨਗੇ ਵੀ, ਉਹ ਜਿੱਤਣਗੇ ਵੀ, ਇਹ ਗੁਲਾਮੀ ਦੀਆਂ ਜ਼ੰਜੀਰਾਂ ਟੁੱਟਣਗੀਆਂ, ਗੁਰੂ ਨਾਨਕ ਸਹਾਈ ਹੋਵੇਗਾ। ਹੋਇਆ ਵੀ। ਹੁਣ ਇਸ ਭੇਤ ਨੂੰ ਸਮਝੀਏ, ਮੇਰੇ ਮਾਲਕ ਨੇ ਇਹ ਬਖਸ਼ਿਸ਼ ਕੀਤੀ ਕਿਵੇਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹ ਬਚਨ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖੋ। ਬਲ ਹੋਆ ਬੰਧਨ ਛੁਟੇ, ਬਲ ਛੁਟਕਿਓ ਬੰਧਨ ਹੋਆ। ਬਲ ਛੁੱਟ ਗਿਆ ਤੇ ਬੰਧਨ ਪੈ ਗਏ, ਪਰ ਜਦੋਂ ਬਲ ਹੋਇਆ ਤੇ ਬੰਧਨ ਛੁੱਟ ਗਏ। ਗੁਰਦੇਵ ਜੀ ਨੇ ਬਚਨ ਕੀਤਾ, ਆਖਣ ਲੱਗੇ ਜਦੋਂ ਮੇਰੇ ਮਾਲਕ ਦਇਆ ਦੇ ਘਰ ਵਿੱਚ ਆਏ, ਪਹਿਲਾਂ ਸਾਰਿਆਂ ਨੂੰ ਇਕੱਤਰ ਕੀਤਾ। ਜਦੋਂ 5 ਸਾਜੇ ਨੇ, ਪੰਜਾਂ ਦੇ ਅੰਦਰ ਵੀ ਇੱਕ ਜੱਟ ਹੈ, ਇੱਕ ਝੀਵਰ ਹੈ, ਇੱਕ ਨਾਈ ਹੈ, ਇੱਕ ਅਖੌਤੀ ਸੂਦਰ ਹੈ। ਮੇਰੇ ਮਾਲਕ ਜੀ ਨੇ ਕੋਈ ਐਸਾ ਵਿਤਕਰਾ ਨਹੀਂ ਕੀਤਾ, ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕਰਕੇ ਛਕਾ ਦਿੱਤਾ। ਇਸ ਗੱਲ ਦਾ ਪ੍ਰਤੀਕ ਸੀ ਤੁਹਾਡੇ ਅੰਦਰ ਉਹ ਬਲ ਪੈਦਾ ਕਰਨਾ ਹੈ ਜਿਸ ਬਲ ਨੇ ਤੁਹਾਡੇ ਬੰਧਨ ਦੀਆਂ ਜੰਜੀਰਾਂ ਕੱਟਣੀਆਂ ਨੇ। ਇਹ ਬਲ ਹੀ ਕੱਟੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬਲ ਪੈਦਾ ਕੀਤਾ, ਤੇ ਇਸੇ ਗੱਲ ਨੂੰ ਅਗਾਂਹ ਚੱਲਦਿਆਂ ਚੱਲਦਿਆਂ ਅਸੀਂ ਤੱਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਭੇਜਦੇ ਨੇ। ਪੰਜਾਬ ਦੀ ਧਰਤੀ ਦੇ ਉੱਤੇ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਇੱਕੋ ਗੱਲ ਕਹਿੰਦਾ ਹੈ, ਆਖਣ ਲੱਗੇ ਐ ਸਿੱਖੋ, ਮੈਂ ਗੁਰੂ ਗੋਬਿੰਦ ਸਿੰਘ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ। ਮੈਨੂੰ ਇੱਥੇ ਰਾਜ ਭਾਗ ਕਰਨ ਲਈ ਦੀ ਇੱਛਾ ਨਹੀਂ, ਮੈਂ ਕੁਝ ਪ੍ਰਾਪਤ ਕਰਨ ਲਈ ਨਹੀਂ ਆਇਆ। ਬਸ ਮੈਨੂੰ ਕੇਵਲ ਸਰਹੰਦ ਦੀਆਂ ਉਹ ਦੀਵਾਰਾਂ ਆਵਾਜ਼ਾਂ ਮਾਰਦੀਆਂ ਨੇ, ਮੈਨੂੰ ਉਹਨਾਂ ਦੀਵਾਰਾਂ ਦੇ ਅੰਦਰ ਗੁਰੂ ਕੇ ਲਾਲ ਖੜੇ ਹੋਏ ਨਜ਼ਰ ਆਉਂਦੇ ਨੇ। ਤੁਸੀਂ ਮੇਰਾ ਸਾਥ ਦਿਓ, ਮੈਂ ਉਸ ਜ਼ੁਲਮੀ ਰਾਜ ਦੀ ਉਸ ਸਰਹੰਦ ਦੀਆਂ ਨੀਹਾਂ ਨੂੰ ਪੁੱਟ ਕੇ ਸੁੱਟ ਦਿਆਂਗਾ। ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਆਵਾਜ਼ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਹ ਐਸਾ ਭਾਵ ਸੀ ਜਿਸ ਨੇ ਸਮੁੱਚੇ ਪੰਜਾਬ ਨੂੰ ਹੀ, ਕੇਵਲ ਸਿੱਖ ਕੌਮ ਨਹੀਂ ਬਲਕਿ ਪੰਜਾਬ ਦੀ ਧਰਤੀ ਤੇ ਉੱਤੇ ਰਹਿਣ ਵਾਲਾ ਕੀ ਹਿੰਦੂ ਤੇ ਕੀ ਮੁਸਲਮਾਨ, ਜਿਹਦੇ ਅੰਦਰ ਥੋੜ੍ਹੀ ਜਿਹੀ ਵੀ ਇਨਸਾਨੀਅਤ ਦਾ ਜਜ਼ਬਾ ਸੀ, ਦਰਦ ਸੀ ਇਨਸਾਨੀਅਤ ਦਾ, ਤੇ ਜਿਹੜਾ ਇਸ ਜ਼ੁਲਮੀ ਰਾਜ ਤੋਂ ਔਖਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਮਿਲਿਆ ਤੇ ਸਰਹੰਦ ਦੀਆਂ ਉਹਨਾਂ ਨੇ ਜੜ੍ਹਾਂ ਪੁੱਟ ਦਿੱਤੀਆਂ। ਇਸ ਇਤਿਹਾਸ ਦੇ ਵਿੱਚੋਂ ਇੱਕ ਗੱਲ ਨੂੰ ਮੈਂ ਵਿਸ਼ੇਸ਼ ਤੌਰ 'ਤੇ ਸਾਂਝਾ ਕਰਦੇ ਹਾਂ। ਇਸ ਗੱਲ ਨੂੰ ਪੱਲੇ ਬੰਨ੍ਹ ਕੇ ਰੱਖੀਏ, ਵਿਸਾ ਕੇ ਬਲ ਹੋਆ ਬੰਧਨ ਛੁੱਟੇ। ਬਲ ਹੋਏਗਾ, ਬੰਧਨ ਛੁੱਟਣਗੇ, ਬਲ ਛੁਟਕੇਗਾ, ਬੰਧਨ ਪਰਨਗੇ। ਬਲ ਹੋਵੇਗਾ ਕਿਵੇਂ, ਇਹ ਇਤਿਹਾਸ ਦੱਸ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਸ ਸਰਹੰਦ ਨੂੰ ਜਿੱਤਣਾ ਚਾਹੁੰਦੇ ਨੇ ਨਾ, ਮੇਰੇ ਮਾਲਕ ਜੀ ਦੀ ਕਿਰਪਾ ਦੇ ਸਦਕਾ ਵਿਉਂਤ ਇਸ ਤਰ੍ਹਾਂ ਘੜੀ। ਪਹਿਲਾਂ ਸਾਰੇ ਪਾਸਿਓਂ ਸਰਹੰਦ ਨੂੰ ਦੂਜੇ ਥਾਵਾਂ ਦੇ ਨਾਲੋਂ ਕੱਟ ਦਿੱਤਾ। ਕੌਮ ਨੂੰ, ਸਿੱਖ ਨੂੰ ਇਕੱਤਰ ਹੋਣ ਦਾ ਸਮਾਂ ਦਿੱਤਾ, ਇਕੱਤਰ ਹੋ ਗਏ। ਉਸ ਵੇਲੇ ਕਈਆਂ ਨੇ ਇੱਕ ਗੱਲ ਕਹੀ ਸੀ ਜਦੋਂ ਸਮਾਣਾ ਜਿੱਤਿਆ। ਕਹਿਣ ਲੱਗੇ ਬਾਬਾ ਜੀ ਸਮਾਣਾ ਜਿੱਤ ਲਿਆ, ਸਰਹੰਦ ਨੇੜੇ ਹੀ ਹੈ, ਆਪਾਂ ਸਰਹੰਦ ਨੂੰ ਹੀ ਫਤਿਹ ਕਰਨਾ ਨਾ, ਇੱਥੋਂ ਹਮਲਾ ਕਰੀਏ।
ਬਾਬਾ ਬੰਦਾ ਸਿੰਘ ਬਹਾਦਰ ਆਖਣ ਲੱਗੇ, ਨਹੀਂ, ਹਾਲੇ ਨਹੀਂ, ਹਾਲੇ ਨਹੀਂ। ਕਹਿੰਦੇ ਜਿਹੜੇ ਮਾਝੇ ਦੇ ਸਿੱਖ ਨੇ ਨਾ, ਉਹਨਾਂ ਨੂੰ ਪਹਿਲਾਂ ਸਾਡੇ ਨਾਲ ਆ ਕੇ ਮਿਲਣ ਦਿਓ, ਫੇਰ ਕਰਾਂਗੇ। ਕਹਿਣ ਲੱਗੇ, ਸਾਡੇ ਕੋਲ ਗਿਣਤੀ ਤੇ ਪੂਰੀ ਹੈ, ਜੋ ਅਸੀਂ ਸਮਾਣੇ ਨੂੰ ਜਿੱਤ ਸਕਦੇ ਹਾਂ, ਸਰਹੰਦ ਨੂੰ ਵੀ ਜਿੱਤ ਲਾਂਗੇ। ਬਾਬਾ ਬੰਦਾ ਸਿੰਘ ਬਹਾਦਰ ਆਖਣ ਲੱਗੇ, ਬੇਸ਼ੱਕ ਅਸੀਂ ਸਮਾਣੇ ਨੂੰ ਜਿੱਤਿਆ, ਪਰ ਸਮਾਣਾ ਇੱਕ ਧਨਾੜ ਨਗਰ ਸੀ, ਇਹਨੂੰ ਜਿੱਤਣ ਦੇ ਵਿੱਚ ਸਾਡਾ ਸਾਥ ਦਿੱਤਾ ਇਹਨਾਂ ਧਾੜਵੀਆਂ ਨੇ, ਇਹਨਾਂ ਡਾਕੂਆਂ ਨੇ, ਇਹਨਾਂ ਲੁਟੇਰਿਆਂ ਨੇ। ਇਹਨਾਂ ਦੀ ਮਨਸਾ ਸੀ ਹਮਲਾ ਹੋਵੇਗਾ, ਕਤਲੋ ਗਾਰਤ ਹੋਵੇਗੀ, ਅਸੀਂ ਲੁੱਟ ਖਸੁੱਟ ਕਰਾਂਗੇ। ਇਹ ਸਾਡੇ ਨਾਲ ਆ ਗਏ, ਪਰ ਜਦੋਂ ਸਰਹੰਦ ਦੇ ਵਿੱਚ ਖੰਡੇ ਨਾਲ ਖੰਡਾ ਖੜਕਿਆ ਨਾ, ਉੱਥੇ ਇੱਕ ਜੇਤੂ ਜਰਨੈਲ ਹੈ ਵਜ਼ੀਦ ਖਾਂ, ਕਹਿੰਦੇ ਉੱਥੇ ਇਹਨਾਂ ਲੁਟੇਰਿਆਂ ਨੇ ਟਿਕਣਾ ਨਹੀਂ, ਇਹਨਾਂ ਭੱਜ ਜਾਣਾ ਹੈ। ਫਿਰ ਉਹ ਸਵਾਲ ਕਰਦੇ ਨੇ ਸਿੱਖ ਬਾਬਾ ਜੀ, ਫਿਰ ਇਹਨਾਂ ਨੂੰ ਨਾਲ ਰੱਖਣ ਦਾ ਫਾਇਦਾ ਕੀ ਹੈ, ਲਾਭ ਕੀ ਹੈ? ਉਹਨਾਂ ਗੱਲ ਕਹੀ, ਆਖਣ ਲੱਗੇ, ਲਾਭ ਇਹਦਾ ਇਹੀ ਹੈ ਕਿ ਦੁਸ਼ਮਣ ਨੂੰ ਭੁਲੇਖਾ ਪੈਂਦਾ ਰਹਿਣਾ ਚਾਹੀਦਾ ਹੈ ਤਾਂ ਤੁਹਾਡੀ ਤਾਕਤ ਵੱਡੀ ਹੈ। ਦੁਸ਼ਮਣ ਨੂੰ ਭੁਲੇਖਾ ਪੈਂਦਾ ਰਹਿਣਾ ਚਾਹੀਦਾ ਹੈ, ਤੁਹਾਡੀ ਗਿਣਤੀ ਵੱਡੀ ਹੈ। ਜਿਸ ਦਿਨ ਦੁਸ਼ਮਣ ਨੂੰ ਇਹ ਮਹਿਸੂਸ ਹੋਇਆ ਤੁਹਾਡੀ ਗਿਣਤੀ ਕੋਈ ਨਹੀਂ, ਤੇ ਸੱਚ ਜਾਣੋ ਉਸ ਦਿਨ ਤੁਹਾਡੇ, ਤੁਸੀਂ ਜਿੱਡੇ ਮਰਜ਼ੀ ਸੂਰਮੇ ਹੋ, ਉਹ ਤੁਹਾਡੇ ਉੱਤੇ ਭਾਰੂ ਹੋਵੇਗਾ ਹੀ ਹੋਵੇਗਾ। ਜਿਸ ਦਿਨ ਉਹਨੂੰ ਅਹਿਸਾਸ ਹੋਵੇਗਾ ਤੁਹਾਡੀ ਗਿਣਤੀ ਥੋੜ੍ਹੀ ਹੈ। ਇਸ ਕਰਕੇ ਕਹਿੰਦੇ, ਬੇਸ਼ੱਕ ਇਹ ਸਾਡੇ ਨਾਲ ਪਿਆਰ ਵਿੱਚ ਨਹੀਂ ਜੁੜੇ, ਪਰ ਇਹਨਾਂ ਦਾ ਸਾਥ ਸਾਡੇ ਵਿਰੋਧੀਆਂ ਨੂੰ ਭੁਲੇਖਾ ਪਾਉਂਦਾ ਹੈ ਕਿ ਸਾਡੀ ਗਿਣਤੀ ਵੱਡੀ ਹੈ। ਦੂਜੇ, ਸੁੱਚਾ ਨੰਦ ਆਪਣੇ ਭਤੀਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਫੌਜ ਦੇ ਵਿੱਚ ਭੇਜ ਦਿੰਦਾ ਹੈ, ਕੁਝ ਕੁ ਸਿਪਾਹੀ ਦੇ ਕਰਕੇ। ਇੱਕ ਫੌਜੀ ਜਰਨੈਲ ਗੱਲ ਕਹਿੰਦਾ, ਕਹਿੰਦੇ ਬਾਬਾ ਜੀ, ਇਹ ਜਿਹੜਾ ਰਤਨ ਚੰਦ ਆਇਆ ਹੈ ਨਾ, ਇਹਦੇ 'ਤੇ ਸ਼ੱਕ ਹੈ, ਇਹ ਜੰਗ ਦੇ ਵਿੱਚ ਧੋਖਾ ਦੇਗਾ, ਪੱਕਾ ਧੋਖਾ ਦੇਗਾ। ਉਹ ਕਹਿੰਦੇ, ਸਾਨੂੰ ਪਤਾ ਹੈ, ਸਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਧੋਖਾ ਦੇਗਾ। ਫਿਰ ਬਾਬਾ ਜੀ, ਇਹਨੂੰ ਹੁਣੇ ਕਾਬੂ ਕਰ ਲਈਏ ਜਾਂ ਇਹਨੂੰ ਫੌਜ ਵਿੱਚੋਂ ਭਜਾ ਦਈਏ? ਬਾਬਾ ਜੀ ਆਖਣ ਲੱਗੇ, ਨਹੀਂ, ਇਹਨੂੰ ਰਹਿਣ ਦਿਓ, ਨਾਲ ਰਹਿਣ ਦਿਓ। ਹੁਣ ਉੱਥੇ ਗੱਲ ਫੇਰ ਸਵਾਲ, ਕਹਿੰਦੇ ਇਹਨਾਂ ਨੂੰ ਨਾਲ ਰੱਖਣ ਦਾ ਕੀ ਫਾਇਦਾ ਫਿਰ? ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ, ਤੁਸੀਂ ਜਾਣਦੇ ਹੋ, ਮੈਂ ਜਾਣਦਾ, ਸ਼ੱਕ ਹੈ ਕਿ ਇਹ ਛੱਡੇਗਾ ਸਾਥ, ਪਰ ਕਹਿੰਦੇ ਜਿਹੜੇ ਸਾਡੇ ਨਾਲ ਬਹੁ ਗਿਣਤੀ ਸਿੱਖ ਪਿਆਰ ਵਾਲੇ ਨੇ ਨਾ, ਉਹਨਾਂ ਦੇ ਮਨ ਅੰਦਰ ਇਹਨਾਂ ਦੀ ਵਧੀ ਹੋਈ ਗਿਣਤੀ ਇੱਕ ਇਹ ਭਾਵ ਪੈਦਾ ਕਰੇਗੀ ਕਿ ਸਾਡੀ ਗਿਣਤੀ ਵੱਧ ਹੈ। ਕਹਿੰਦੇ ਇਹਨਾਂ ਦੇ ਮਨ ਅੰਦਰ ਭਾਵ ਪੈਦਾ ਕਰੇਗੀ ਕਿ ਸਾਡੀ ਗਿਣਤੀ ਵੱਧ ਹੈ। ਇਹਨਾਂ ਵੱਧ ਗਿਣਤੀ ਦਾ ਜਿਹੜਾ ਭਾਵ ਹੈ ਨਾ, ਇਹਨਾਂ ਦੇ ਮਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇਗਾ। ਇਸ ਕਰਕੇ ਇਹਨਾਂ ਨੂੰ ਨਾਲ ਰਹਿਣ ਦਿਓ, ਜਦੋਂ ਇਹ ਛੱਡ ਕੇ ਜਾਣਗੇ ਉਦੋਂ ਦੀ ਉਦੋਂ ਤੱਕਾਂਗੇ। ਹੁਣ ਦੋਵਾਂ ਚੀਜ਼ਾਂ ਦੇ ਵਿੱਚੋਂ, ਗੱਲਾਂ ਦੇ ਵਿੱਚੋਂ ਇਸ ਗੱਲ ਪ੍ਰਤੀ ਸੁਚੇਤ ਹੋਵੋ ਕਿ ਤੁਹਾਡੀ ਇਕੱਤਰਤਾ, ਤੁਹਾਡੀ ਬਹੁ ਗਿਣਤੀ ਤੁਹਾਡੇ ਆਪਣੇ ਮਨ ਦੇ ਅੰਦਰ ਤੇ ਜਿੱਤ ਦੇ ਭਾਵ, ਚੜ੍ਹਦੀ ਕਲਾ ਦੇ ਭਾਵ ਪੈਦਾ ਕਰਦੀ ਹੀ ਕਰਦੀ ਹੈ, ਨਾਲ ਦੁਸ਼ਮਣ ਦੇ ਮਨ ਦੇ ਅੰਦਰ ਤੁਹਾਡਾ ਡਰ ਵੀ ਪੈਦਾ ਕਰਦੀ ਹੈ। ਤੁਹਾਡੀ ਇਕੱਤਰਤਾ, ਤੁਹਾਡੀ ਏਕਤਾ, ਤੁਹਾਡੀ ਬਹੁ ਗਿਣਤੀ ਬੜੀ ਜ਼ਰੂਰੀ ਹੈ। ਮੈਂ ਅੱਜ ਦਾ ਇਹ ਵਿਸ਼ਾ ਤਾਂ ਚੁਣਿਆ ਕਿਉਂਕਿ ਜਿਵੇਂ ਜਿਵੇਂ ਹਾਲਾਤ ਬਦਲ ਰਹੇ ਨੇ ਨਾ, ਧਰਮ ਦਾ ਵਿਸ਼ਾ, ਖਾਸ ਕਰ ਸਿੱਖ ਧਰਮ ਦਾ ਵਿਸ਼ਾ ਕੇਵਲ ਅਧਿਆਤਮਿਕਵਾਦ ਦਾ ਨਹੀਂ ਹੈ। ਸਿੱਖ ਧਰਮ ਕੇਵਲ ਸਾਨੂੰ ਅੰਦਰ ਨੂੰ ਜਿੱਤਣਾ, ਅੰਦਰ ਦੀ ਤਰੱਕੀ ਕਰਨਾ ਨਹੀਂ ਸਿਖਾਉਂਦਾ। ਸਿੱਖ ਧਰਮ ਸਾਨੂੰ ਬਾਹਰੀ ਤੌਰ 'ਤੇ ਆਜ਼ਾਦ ਹੋਣ ਦੇ ਲਈ ਪ੍ਰੇਰਦਾ ਹੈ। ਸਿੱਖ ਧਰਮ ਸਾਨੂੰ ਬਾਹਰੀ ਤੌਰ 'ਤੇ ਤਰੱਕੀ ਕਰਨ ਦੇ ਲਈ ਪ੍ਰੇਰਦਾ ਹੈ। ਸਿੱਖ ਸਾਨੂੰ ਬਾਹਰੀ ਤੌਰ ਦੇ ਉੱਤੇ ਜਿਉਣਾ ਸਿਖਾਉਂਦਾ ਹੈ। ਇਹ ਜੀਵਨ ਜਾਚ ਹੈ। ਅੱਜ ਦੇ ਜਿਹੜੇ ਹਾਲਾਤ ਬਣਦੇ ਜਾਂਦੇ ਨੇ ਨਾ, ਗੁਰੂ ਨਾਨਕ ਨੇ ਕਦੇ ਇਸ ਦੇਸ਼ ਦੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦੇ ਲਈ ਮੁਹਿੰਮ ਆਰੰਭੀ ਸੀ। ਅੱਜ ਇਸੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਮੰਨੀਏ ਨਾ ਮੰਨੀਏ, ਫੇਰ ਵਾਪਸ ਦੁਬਾਰਾ ਉਸੇ ਗੁਲਾਮੀ ਦੀਆਂ ਜ਼ੰਜੀਰਾਂ ਮਜ਼ਬੂਤ ਹੋ ਰਹੀਆਂ ਨੇ। ਤੇ ਕਾਰਨ ਕੀ ਹੈ? ਕਾਰਨ ਉਹ ਹੈ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿ ਦਿੱਤਾ ਕਿ ਬਲ ਛੁਟਕਿਓ ਬੰਧਨ ਭਰੇ। ਬਲ ਤੁਹਾਡਾ ਕਮਜ਼ੋਰ ਹੋ ਰਿਹਾ ਹੈ, ਬੰਧਨ ਵੱਧ ਰਹੇ ਨੇ। ਬੰਧਨ ਕੱਟਣਗੇ ਜਿਸ ਦਿਨ ਤੁਸੀਂ ਆਪਣਾ ਬਲ ਵਧਾ ਲਓਗੇ। ਅੱਜ ਇਹ ਹਾਲਾਤ ਬਣ ਰਹੇ ਨੇ। ਪਿਛਲੇ ਸਮੇਂ ਦੇ ਅੰਦਰ ਭਾਵੇਂ ਇਹ ਰਾਜਨੀਤਿਕ ਇੱਕ ਮੁੱਦਾ ਹੈ, ਅਸੀਂ ਸਮਝ ਲਈਏ, ਪਰ
ਮੇਰਾ ਵਿਸ਼ਾ ਧਰਮ ਦਾ ਹੈ, ਇਸ ਕਰਕੇ ਧਾਰਮਿਕ ਪੱਖੋਂ ਹੀ ਗੱਲ ਕਰਾਂਗਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਹ ਰਾਜਨੀਤੀ ਦੇ ਨਾਲ ਜੁੜਦੀ ਹੈ ਅਤੇ ਸਾਨੂੰ ਲੱਗ ਸਕਦਾ ਹੈ ਕਿ ਸ਼ਾਇਦ ਰਾਜਨੀਤੀ ਤੋਂ ਪ੍ਰੇਰਿਤ ਗੱਲ ਕਰ ਰਹੇ ਨੇ, ਪਰ ਨਹੀਂ, ਰਾਜਨੀਤੀ ਤੋਂ ਪ੍ਰੇਰਿਤ ਗੱਲ ਨਹੀਂ, ਧਰਮ ਦਾ ਵਿਸ਼ਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਇੱਕ ਗੱਲ ਕਹੀ ਸੀ, ਉਸ ਗੱਲ ਨੂੰ ਬੜਾ ਉਛਾਲਿਆ ਵੀ ਗਿਆ, ਕਈ ਉਹਦੇ ਅਰਥ ਵੀ ਕੀਤੇ ਗਏ। ਠੀਕ ਹੈ, ਸਮੇਂ ਦੇ ਮੁਤਾਬਿਕ, ਹਾਲਾਤਾਂ ਦੇ ਮੁਤਾਬਿਕ ਬੜਾ ਕੁਝ ਬਦਲਦਾ ਹੈ। ਇਨਸਾਨ ਕਈ ਵਾਰ ਗਲਤੀਆਂ ਕਰਦਾ ਹੈ, ਕਈ ਵਾਰ ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖ ਕਰਕੇ ਸੁਚੱਜੇ ਮਾਰਗ 'ਤੇ ਤੁਰਦਾ ਹੈ। ਇਹ ਇਨਸਾਨ ਦੀ ਜ਼ਿੰਦਗੀ ਹੈ। ਕਦੇ ਵੀ ਇਨਸਾਨ ਹਮੇਸ਼ਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ, ਸਾਰੀ ਜ਼ਿੰਦਗੀ ਕਦੇ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ। ਜੋ ਅੱਜ ਧਰਮੀ ਹੈ ਉਹ ਕੱਲ੍ਹ ਅਧਰਮੀ ਪਾਪੀ ਬਣ ਸਕਦਾ ਹੈ, ਅਤੇ ਜਿਹੜਾ ਅੱਜ ਪਾਪੀ ਹੈ, ਅਧਰਮੀ ਹੈ, ਧੋਖੇਬਾਜ਼ ਹੈ, ਉਹ ਕੱਲ੍ਹ ਨੂੰ ਧਰਮੀ, ਤੁਹਾਡਾ ਸਭ ਤੋਂ ਵੱਡਾ ਵਿਸ਼ਵਾਸ ਪਾਤਰ ਵੀ ਬਣ ਸਕਦਾ ਹੈ। ਮਨੁੱਖ ਹਮੇਸ਼ਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ। ਜਥੇਦਾਰ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਆਖਣ ਲੱਗੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਬਿਲਕੁਲ ਖਤਮ ਹੋ ਜਾਣਾ ਜਾਂ ਉਹਨਾਂ ਦਾ ਹਾਸ਼ੀਏ 'ਤੇ ਆ ਜਾਣਾ ਸਿੱਖ ਕੌਮ ਦੇ ਲਈ ਬੜਾ ਵੱਡਾ ਸੰਦੇਸ਼ ਹੈ, ਬੜਾ ਵੱਡਾ ਇਹ ਅਲਾਰਮ ਹੈ। ਇੱਕ ਸਿੱਖਾਂ ਨੂੰ ਆਪਣੀ ਇਸ ਹਾਲਤ ਦੇ ਉੱਤੇ ਸੋਚਣਾ ਚਾਹੀਦਾ ਹੈ, ਵਿਚਾਰ ਕਰਨੀ ਚਾਹੀਦੀ ਹੈ, ਉਹਨਾਂ ਨੂੰ ਇਕੱਤਰ ਹੋਣਾ ਚਾਹੀਦਾ ਹੈ। ਬਹੁਤਿਆਂ ਨੇ ਉਦੋਂ ਇਹ ਗੱਲ ਕਹੀ, ਆਖਣ ਲੱਗੇ ਇਹ ਤਾਂ ਲਿਫਾਫੇ ਵਾਲੇ ਜਥੇਦਾਰ ਨੇ ਜੀ, ਅਕਾਲੀ ਦਲ ਦਾ ਪੱਖ ਪੂਰਦੇ ਨੇ। ਮੈਂ ਉਸ ਵਿਸ਼ੇ ਨੂੰ ਨਹੀਂ ਛੋਵਾਂਗਾ, ਪਰ ਇਸ ਗੱਲ ਨੂੰ ਆਪਾਂ ਸਮਝੀਏ, ਵਾਕਿਆ ਹੀ ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ ਸੀ ਉਹਦੀ ਰਮਜ਼ ਸੀ ਕਿ ਸਿੱਖ ਕੌਮ ਖਤਰੇ ਵਿੱਚ ਹੋਵੇਗੀ ਜਦੋਂ ਇਹ ਹਾਸ਼ੀਏ 'ਤੇ ਪਹੁੰਚ ਜਾਏਗੀ, ਜਦੋਂ ਇਹ ਵੰਡੀਆਂ ਵਿੱਚ ਪਹੁੰਚ ਜਾਏਗੀ, ਜਦੋਂ ਇਹਦਾ ਬਲ ਛੁਟਕੇਗਾ ਤੇ ਬੰਧਨ ਪੜਨਗੇ। ਅੱਜ ਹਾਲਾਤ ਇਹ ਨੇ ਕਿ ਤੁਹਾਡੇ ਧਰਮ ਦੀ, ਤੁਹਾਡੇ ਪੰਜਾਬ ਦੇ ਪੱਖ ਦੀ ਗੱਲ ਕਰਨ ਵਾਲਾ ਕੋਈ ਨਹੀਂ ਜੇ ਹੈਗਾ। ਹਾਂ, ਬੇਸ਼ੱਕ ਜਿਨ੍ਹਾਂ ਨੂੰ ਅਸੀਂ ਧਰਮ ਦੇ ਨੁਮਾਇੰਦੇ ਚੁਣਿਆ ਸੀ, ਉਹਨਾਂ ਨੇ ਬਹੁਤਾਤ ਤੌਰ 'ਤੇ ਧੋਖੇ ਵੀ ਕੀਤੇ, ਪਰ ਫਿਰ ਵੀ ਉਹਨਾਂ ਦੇ ਮਨ ਅੰਦਰ ਇੱਕ ਗੱਲ ਹੁੰਦੀ ਸੀ ਕਿ ਅਸੀਂ ਪੰਥ ਦੇ ਨੁਮਾਇੰਦੇ ਹਾਂ, ਪੰਥ ਨੂੰ ਜਵਾਬ ਦੇ ਹਾਂ, ਅਸੀਂ ਕੁਝ ਵੀ ਕਰਦੇ ਹਾਂ ਪੰਥ ਜਵਾਬ ਮੰਗੇਗਾ, ਅਤੇ ਪੰਥ ਜਵਾਬ ਮੰਗਦਾ ਵੀ ਸੀ। ਪਰ ਹਾਲਾਤ ਹੁਣ ਐਸੇ ਬਣ ਗਏ ਕਿ ਜਿਨ੍ਹਾਂ ਦੇ ਹੱਥ ਵਿੱਚ ਤਾਕਤ ਆ ਗਈ, ਉਹਨਾਂ ਦੇ ਮਨ ਅੰਦਰ ਇਸ ਗੱਲ ਦਾ ਡਰ ਹੀ ਕੋਈ ਨਹੀਂ ਕਿ ਅਸੀਂ ਪੰਥ ਨੂੰ ਜਵਾਬ ਦੇਆਂ, ਅਤੇ ਨਾ ਪੰਥ ਕੋਲ ਇਹ ਅਧਿਕਾਰ ਹੈ ਕਿ ਉਹਨਾਂ ਦੇ ਕੋਲੋਂ ਕੋਈ ਜਵਾਬ ਤਲਬੀ ਕਰ ਸਕੇ ਕਿ ਸਾਡੇ ਪੰਥਕ ਮੁੱਦਿਆਂ ਦਾ ਕੀ ਬਣਿਆ। ਕੋਈ ਅਧਿਕਾਰ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਬਚਨ ਕੀਤੇ ਕਿ ਆਪਣੀ ਤਾਕਤ ਨੂੰ ਸਮਝੋ, ਆਪਣੇ ਬਲ ਨੂੰ, ਆਪਣੀ ਤਾਕਤ ਨੂੰ ਕਾਇਮ ਕਰੋ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ, ਧਾੜਵੀ ਨੇ, ਲੁਟੇਰੇ ਨੇ ਛੱਡ ਜਾਣਗੇ, ਪਰ ਇਹਨਾਂ ਦਾ ਸਾਥ ਫਿਰ ਵੀ ਚਾਹੀਦਾ ਹੈ। ਕਿਉਂ? ਤਾਂ ਜੋ ਦੁਸ਼ਮਣ ਨੂੰ ਭੁਲੇਖਾ ਪਵੇ। ਇਹ ਮੈਨੂੰ ਪਤਾ ਛੱਡ ਜਾਣਗੇ, ਇਹ ਜਿਹੜੇ ਰਤਨ ਰਾਏ ਨੇ, ਰਤਨ ਚੰਦ ਦੇ ਸਾਥੀ ਨੇ, ਛੱਡ ਜਾਣਗੇ, ਪਰ ਫਿਰ ਵੀ ਇਹਨਾਂ ਦਾ ਸਾਥ ਮੈਨੂੰ ਚਾਹੀਦਾ, ਤਾਂ ਜੋ ਮੇਰੇ ਆਪਣੇ ਪਿਆਰਿਆਂ ਦੇ ਮਨ ਵਿੱਚ ਚੜ੍ਹਦੀ ਕਲਾ ਹੋਵੇ ਕਿ ਸਾਡਾ ਇਕੱਠ ਬਹੁਤ ਹੈ। ਉਸੇ ਤਰ੍ਹਾਂ ਬੇਸ਼ੱਕ ਸਾਡੇ ਮਨਾਂ ਦੇ ਅੰਦਰ ਇੱਕ ਦੂਜੇ ਦੇ ਪ੍ਰਤੀ ਵਿਤਕਰਾ ਹੈ, ਸਾਡੇ ਮਨਾਂ ਦੇ ਅੰਦਰ ਇੱਕ ਦੂਜੇ ਦੇ ਪ੍ਰਤੀ ਅਵਿਸ਼ਵਾਸ ਦੀ ਗੱਲ ਹੈ, ਅਸੀਂ ਇੱਕ ਦੂਜੇ ਦੇ ਉੱਤੇ ਭਰੋਸਾ ਨਹੀਂ ਕਰ ਪਾ ਰਹੇ। ਪਰ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਜੇ ਨਿਸ਼ਾਨਾ ਸਰਹੰਦ ਦੀ ਦੀਵਾਰ ਹੋਵੇਗਾ, ਤੇ ਉਸ ਵੇਲੇ ਅਵਿਸ਼ਵਾਸ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਦੂਜੇ ਦੇ ਨਾਲ ਜੁੜਾਂਗੇ। ਸਾਨੂੰ ਜੁੜਨਾ ਪਏਗਾ। ਅੱਜ ਇੱਕ ਖਾਸ ਫਿਰਕੂ ਸੋਚ ਦੇ ਲੋਕ ਇੱਕ ਦੂਜੇ ਖਾਸ ਧਰਮ ਨੂੰ ਟਾਰਗੇਟ ਕਰਦਿਆਂ ਉਹਨਾਂ ਦੇ ਉੱਤੇ ਇਤਨੇ ਕੁ ਹਾਵੀ ਹੋ ਗਏ, ਬਲ ਛੁਟਕਿਓ ਬੰਧਨ ਪਰੇ। ਅੱਜ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ। ਅਸੀਂ ਕਹਿੰਦੇ ਹਾਂ ਕਾਨੂੰਨ ਹੈ। ਕੀ ਕਾਨੂੰਨ? ਕਿਸੇ ਦਾ ਘਰ ਢਾਹ ਦੇਣਾ, ਕਿਸੇ ਦਾ ਧਾਰਮਿਕ ਅਸਥਾਨ ਢਾਹ ਦੇਣਾ, ਕਿਸੇ ਦੀਆਂ ਇਮਾਰਤਾਂ ਨੂੰ ਢਾਹ ਦੇਣਾ, ਉਹਨਾਂ ਦੇ ਉੱਤੇ ਹਮਲੇ ਬਿਨਾਂ ਕਿਸੇ ਲੋਕਤੰਤਰ ਦੇ ਕਾਨੂੰਨ ਦੇ ਡਰ ਤੋਂ। ਕੀ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨਹੀਂ? ਕੀ ਕੇਵਲ ਇਹ ਦੂਜੇ ਧਰਮ ਦੇ ਅਸਥਾਨਾਂ ਦੇ ਉੱਤੇ ਹੋਇਆ? ਨਹੀਂ, ਸਾਡੇ ਆਪਣੇ ਧਾਰਮਿਕ ਅਸਥਾਨਾਂ ਦੇ ਉੱਤੇ ਵੀ ਹੋਇਆ ਨਾ, ਪਹਿਲਾਂ ਵੀ ਹੋਇਆ। ਪਰ ਅੱਜ ਜਿਹਨੂੰ ਅਸੀਂ ਕਹਿ ਰਹੇ ਹਾਂ ਸੈਕੂਲਰਿਜ਼ਮ, ਅੱਜ ਵੀ ਇਹ ਸਭ ਕੁਝ ਹੋ ਰਿਹਾ ਹੈ। ਗੁਰੂ ਨੇ ਬਚਨ ਕੀਤਾ ਸੀ, ਪਿਆਰਿਓ ਇਕੱਠੇ ਰਹੋਗੇ,
ਬਲ ਵਾਲੇ ਹੋਵੋਗੇ, ਬਲੀ ਹੋਵੋਗੇ ਤੇ ਬੰਧਨਾਂ ਤੋਂ ਆਜ਼ਾਦ ਰਹੋਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਾਤ ਪਾਤ ਦੇ ਵਿਤਕਰੇ ਮਿਟਾ ਕਰਕੇ ਜਦੋਂ ਇਕੱਠੇ ਕੀਤਾ ਸੀ, ਉਦੋਂ ਉਹਨਾਂ ਤੇ ਮਾਣ ਨਾਲ ਕਿਹਾ ਸੀ 1.25 ਲੱਖ ਸੇ ਏਕ ਲੜਾਊਂ, ਇਹ 1.25 ਲੱਖ ਲੜਨਗੇ। ਕਿਉਂ? ਕਿਉਂਕਿ ਇਹਨਾਂ ਦੇ ਅੰਦਰ ਆਪਸੀ ਪਿਆਰ ਹੈ, ਇਹਨਾਂ ਦੇ ਅੰਦਰ ਏਕਾ ਹੈ, ਬਲ ਹੈ। ਇਸੇ ਕਰਕੇ ਜਦੋਂ ਦਿੱਲੀ ਨੂੰ ਜਿੱਤਿਆ ਗਿਆ ਸੀ ਨਾ, ਬਾਬਾ ਬਘੇਲ ਸਿੰਘ ਜੀ ਕਰੋੜ ਸਿੰਘੀਆਂ ਮਿਸਲ ਵਾਲੇ, ਉਹਨਾਂ ਨੇ ਦਿੱਲੀ ਨੂੰ ਫਤਿਹ ਕੀਤਾ। ਨਾਲ ਸਿੰਘ ਹੋਰ ਵੀ ਸਨ, ਮਿਸਲਾਂ ਸਨ, ਪਰ ਆਗੂ ਬਾਬਾ ਬਘੇਲ ਸਿੰਘ ਜੀ ਕਰੋੜ ਸਿੰਘੀਆ ਉਹਨਾਂ ਨੇ ਜਿੱਤਿਆ। ਤੇ ਜਦੋਂ ਜਿੱਤ ਕਰਕੇ ਲਾਲ ਕਿਲੇ ਦੇ ਉੱਤੇ ਤਖਤ ਦੇ ਉੱਤੇ ਬੈਠਣ ਦਾ ਸਮਾਂ ਆਇਆ ਨਾ, ਇਤਿਹਾਸ ਬੜੇ ਪਿਆਰ ਦੀ ਉਹ ਘਟਨਾ ਨੂੰ ਬਿਆਨ ਕਰਦਾ ਹੈ। ਆਖਦੇ ਬਾਬਾ ਬਘੇਲ ਸਿੰਘ ਨੇ ਕਿਹਾ ਕਿ ਸਾਡੇ ਪੰਥ ਦੇ ਨੁਮਾਇੰਦੇ, ਸਾਡੇ ਪੰਥ ਦੇ ਆਗੂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਬੇਸ਼ੱਕ ਇਹ ਜੰਗ ਦੀ ਅਗਵਾਈ ਮੈਂ ਕੀਤੀ ਮੁਹਿੰਮ ਦੀ, ਪਰ ਇਸ ਤਖਤ ਦੇ ਉੱਤੇ ਆਗੂ ਨੂੰ ਬੈਠਣ ਦਾ ਅਧਿਕਾਰ ਹੈ। ਉਹਨਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਤਖਤ ਤੇ ਬਿਠਾਇਆ, ਪਰ ਜੱਸਾ ਸਿੰਘ ਆਹਲੂਵਾਲੀਆ ਬੈਠੇ ਜ਼ਰੂਰ, ਉਹਨਾਂ ਤੱਕਿਆ ਸਾਰੀ ਮਿਹਨਤ ਤੇ ਕਰੋੜ ਸਿੰਘੀਆ ਦੀ ਹੈ, ਬਘੇਲ ਸਿੰਘ ਜੀ ਦੀ। ਨਾਲ ਹੀ ਜਦੋਂ ਉਹਨਾਂ ਵੇਖਿਆ ਕਿ ਨਾਲ ਦੇ ਸਿੰਘਾਂ ਦੇ ਵਿੱਚ ਕਾਨਾਫੂਸੀ ਆਰੰਭ ਹੋ ਗਈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੇਵਲ ਮਾਣ ਰੱਖਿਆ ਗੱਲ ਦਾ, ਤਖਤ ਤੇ ਬੈਠ ਕਰਕੇ ਵਾਪਸ ਖੜੇ ਹੋਏ ਤੇ ਬਾਬਾ ਬਘੇਲ ਸਿੰਘ ਕਰੋੜ ਸਿੰਘੀਆਂ ਨੂੰ ਉਸ ਤਖਤ ਤੇ ਬਿਠਾ ਦਿੱਤਾ। ਇਹ ਤੁਹਾਡੀ ਕਾਲਣਾ ਹੈ, ਇਸ ਦੇ ਹੱਕਦਾਰ ਤੁਸੀਂ ਹੋ। ਇਹ ਪਿਆਰ ਇੱਕ ਦੂਜੇ ਦੇ ਪ੍ਰਤੀ, ਇੱਕ ਦੂਜੇ ਦੇ ਪ੍ਰਤੀ ਸਨਮਾਨ, ਤੇ ਉਸ ਪਿਆਰ ਨੇ ਉਸ ਦਿੱਲੀ ਦੇ ਲਾਲ ਕਿਲੇ ਨੂੰ ਮੁੱਠੀ ਪਰ ਸਿੱਖਾਂ ਦੇ ਸਾਹਮਣੇ ਝੁਕਣ ਦੇ ਲਈ ਮਜਬੂਰ ਕਰ ਦਿੱਤਾ। ਇਹ ਤੁਹਾਡੀ ਤਾਕਤ ਹੈ, ਇਹ ਤੁਹਾਡਾ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਇਤਿਹਾਸ ਦੇ ਇੱਕ ਹੋਰ ਘਟਨਾ ਕਹਿ ਕੇ ਮੈਂ ਖਿਮਾ ਦਾ ਜਾਚਕ ਹੋਵਾਂ, ਸਮਾਪਤੀ ਵੱਲ ਆਵਾਂ ਸਮੇਂ ਦੇ ਵਿੱਚ ਰਹਿੰਦੇ ਹਾਂ, ਕਿ ਇੱਕ ਵਾਰ ਹਾਲਾਤ ਐਸੇ ਬਣ ਗਏ ਕਿ ਕੌਮ ਦੇ ਅੰਦਰ ਆਗੂਆਂ ਦੇ ਵਿੱਚ ਵਿਤਕਰਾ ਪੈ ਗਿਆ। ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੇ ਕੋਲੋਂ ਕੋਈ ਐਸਾ ਕਰਮ ਹੋ ਗਿਆ ਕਿ ਪੰਥ ਨੇ ਇਹਨਾਂ ਨੂੰ ਛੇਕ ਦਿੱਤਾ। ਅਦੀਨਾ ਬੇਗ ਜਲੰਧਰ ਦਾ ਜਿਹੜਾ ਹਾਕਮ ਸੀ, ਉਹਨੇ ਇਹਨੂੰ ਕਿਹਾ ਕਿ ਮੇਰੇ ਕੋਲ ਨੌਕਰੀ ਕਰ ਲਓ, ਤੁਹਾਡੇ ਸੂਰਮੇ ਯੋਧੇ ਬਲਸ਼ਾਲੀ ਹੋ, ਤੁਸੀਂ ਨੌਕਰੀ ਕਰ ਲਓ ਫੌਜ ਵਿੱਚ। ਤੇ ਇਹਨਾਂ ਜੱਸਾ ਸਿੰਘ ਰਾਮਗੜੀਆ ਨੇ ਨੌਕਰੀ ਕਰ ਲਈ ਆਪਣੇ ਸਿੰਘਾਂ ਸਮੇਤ। ਹੁਣ ਉੱਧਰ ਰਾਮ ਰੋਣੀ ਨੂੰ, ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਗਿਆ। ਅਦੀਨਾ ਬੇਗ ਘੇਰਾ ਪਾ ਕੇ ਬੈਠਾ, ਨਾਲ ਜੱਸਾ ਸਿੰਘ ਰਾਮਗੜੀਆ ਸਿੰਘਾਂ ਸਮੇਤ ਨੇ। ਬਾਹਰ ਉਹ ਮੁਗਲ ਫੌਜ, ਤੁਰਕ ਫੌਜ, ਨਾਲ ਜੱਸਾ ਸਿੰਘ ਰਾਮਗੜੀਆ ਸਾਥੀਆਂ ਸਮੇਤ, ਤੇ ਅੰਦਰ ਵੀ ਸਿੰਘ ਨੇ, ਦੋਵੇਂ ਪਾਸੇ ਸਿੰਘ ਨੇ। ਘਮਸਾਨ ਦਾ ਜੰਗ ਹੁੰਦਾ ਹੈ, ਕਈ ਮਹੀਨੇ ਘੇਰਾ ਪੈ ਜਾਂਦਾ ਹੈ। ਅਖੀਰ ਹਾਲਾਤ ਇਹ ਬਣ ਜਾਂਦੇ ਨੇ, ਅਦੀਨਾ ਬੇਗ ਕਹਿੰਦਾ ਹਮਲਾ ਕਰੋ ਤੇ ਇਸ ਰਾਮ ਰੋਣੀ ਨੂੰ, ਇਸ ਗੜੀ ਨੂੰ ਨਿਸ਼ਤੋ ਨਾਬੂਦ ਕਰ ਦਿਓ। ਅੰਦਰ ਪਤਾ ਲੱਗਾ ਸਿੰਘਾਂ ਨੂੰ, ਆਖਣ ਲੱਗੇ ਸਿੰਘੋ, ਸ਼ਹਾਦਤ ਦਾ ਜਾਮ ਪੀਣ ਦਾ ਸਮਾਂ ਆ ਗਿਆ ਹੈ। ਹੁਣ ਬਚਾ ਕੇ ਨਹੀਂ ਲੜਨਾ, ਹੁਣ ਚਮਕੌਰ ਦੀ ਗੜੀ ਦੇ ਵਾਂਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਣ ਦਾ ਸਮਾਂ ਆ ਗਿਆ। ਉਹਨਾਂ ਅੰਦਰੋਂ ਜੈਕਾਰੇ ਛੱਡਣੇ ਆਰੰਭ ਕਰ ਦਿੱਤੇ। ਉਹਨਾਂ ਜੈਕਾਰਿਆਂ ਦੀ ਗੂੰਜ ਸੀ। ਬਾਹਰ ਰਾਮਗੜੀਆ ਦੇ ਨਾਲ ਖੜੇ ਹੋਏ ਸਿੰਘ ਸੂਰਮੇ ਸਿਪਾਹੀ ਕਹਿੰਦੇ ਨੇ, ਆਖਣ ਲੱਗੇ ਜੱਸਾ ਸਿੰਘ ਜੀ, ਕੈਸੀ ਤੁਸੀਂ ਸਾਨੂੰ ਇਹ ਦੁਬਿਧਾ ਦੇ ਵਿੱਚ ਖੜਿਆਂ ਕਰ ਦਿੱਤਾ ਹੈ। ਅੰਦਰ ਸਾਡੇ ਆਪਣੇ ਨੇ, ਜਿਨ੍ਹਾਂ ਨੂੰ ਮਾਰਨ ਦੇ ਲਈ ਅਸੀਂ ਇੱਥੇ ਬੈਠੇ ਹਾਂ, ਉਹ ਜੈਕਾਰੇ ਛੱਡਦੇ ਨੇ। ਸਾਡਾ ਜੈਕਾਰੇ ਛੱਡਣ ਨੂੰ ਜੀ ਕਰਦਾ ਹੈ, ਪਰ ਤੁਸੀਂ ਇਸ ਅਦੀਨਾ ਬੇਗ ਦੀ ਗੁਲਾਮੀ ਵਿੱਚ ਸਾਨੂੰ ਪਾ ਦਿੱਤਾ, ਸਾਡੀ ਆਵਾਜ਼ ਬੰਦ ਹੋ ਗਈ, ਸਾਨੂੰ ਬੰਧਨ ਤੋਂ ਮੁਕਤ ਕਰਾਓ। ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਤੀਰ ਦੇ ਰਾਹੀਂ ਇੱਕ ਚਿੱਠੀ ਉਸ ਰਾਮ ਰੋਣੀ ਦੇ ਅੰਦਰ ਭੇਜੀ। ਕਹਿੰਦੇ ਸੁਨੇਹਾ ਭੇਜਿਆ ਕਿ ਮੈਂ ਗੁਨਾਹਗਾਰ ਹਾਂ, ਪਰ ਮੈਂ ਗੁਨਾਹ ਤੋਂ ਤੋਬਾ ਕਰਦਾ, ਪੰਥ ਮੈਨੂੰ ਆਪਣੇ ਨਾਲ ਮੇਲ ਲਵੇ, ਮੈਂ ਇਸ ਪੰਥ ਦੇ ਨਾਲ ਮਿਲ ਕਰਕੇ ਇਸ ਅਦੀਨਾ ਬੇਗ ਦਾ ਸਾਹਮਣਾ ਕਰਾਂਗਾ, ਮੇਰੀ ਖਿਮਾ ਨੂੰ ਜੇਕਰ ਤੁਸੀਂ ਪ੍ਰਵਾਨ ਕਰ ਲਵੋ। ਪੰਥ ਨੇ, ਉਸ ਰਾਮ ਰੋਣੀ ਦੇ ਸਿੰਘਾਂ ਨੇ ਸਲਾਹ ਕੀਤੀ
ਜਵਾਬ ਭੇਜ ਦਿੱਤਾ ਕਿ ਖਾਲਸਾ ਪੰਥ ਤੁਹਾਨੂੰ ਮੁਆਫ ਕਰਦਾ, ਤੁਸੀਂ ਸਾਡੇ ਭਰਾ ਹੋ। ਕੇਵਲ ਇੰਨਾ ਕੁ ਕਹਿਣ ਦੀ ਦੇਰ ਸੀ, ਜੱਸਾ ਸਿੰਘ ਰਾਮਗੜ੍ਹੀਆ ਤੇ ਉਹਨਾਂ ਦੇ ਸਾਥੀਆਂ ਦੇ ਜੈਕਾਰਿਆਂ ਨੇ ਅਦੀਨਾ ਬੇਗ ਦੀ ਫੌਜ ਦੇ ਪੈਰ ਹਿਲਾ ਦਿੱਤੇ। ਵਾਪਸ ਪਰਤਣਾ ਪਿਆ ਤੇ ਪੰਥ ਨੇ ਉਸ ਜੰਗ ਦੇ ਵਿੱਚ ਵੀ ਜਿੱਤ ਫਤਿਹ ਕੀਤੀ। ਜਦੋਂ ਆਪਸ ਵਿੱਚ ਮਿਲਾਪ ਹੋਵੇਗਾ ਨਾ ਤੇ ਬਲ ਹੋਵੇਗਾ ਤੇ ਵੱਡੇ ਤੋਂ ਵੱਡਾ ਬੰਧਨ ਟੁੱਟੇਗਾ। ਜੇ ਬਲ ਨਹੀਂ ਹੈ, ਏਕਾ ਨਹੀਂ ਹੈ ਤੇ ਬੰਧਨ ਸਾਡੇ ਗਲ ਅੱਜ ਵੀ ਪਏ ਤੇ ਕੱਲ੍ਹ ਵੀ ਪਏ, ਨਹੀਂ ਜੇ ਟੁੱਟਣੇ। ਗੁਰੂ ਕਿਰਪਾ ਮਿਹਰਾਮਤ ਕਰੇ। ਕਿਸੇ ਪਿਆਰੇ ਨੇ ਕੁਝ ਪੰਕਤੀਆਂ ਬੜੀਆਂ ਪਿਆਰ ਵਾਲੀਆਂ ਕਈਆਂ ਉਦਾਹਰਨਾਂ ਦੇ ਕਰਕੇ ਉਹ ਕਹਿੰਦਾ ਹੈ, ਫੂਟ ਪ੍ਰਹਿਲਾਦ ਹਰਨਾਕਸ਼ ਨਰ ਹਰ ਹਤਿਓ, ਫੂਟ ਸੋ ਭਵਿਖਣ ਲੁਟਾਏ ਲੰਕ ਦੀ ਹੈ। ਪ੍ਰਹਿਲਾਦ ਦੇ ਨਾਲ ਹਰਨਾਕਸ਼ ਫੁੱਟ ਗਿਆ, ਆਪਸ ਵਿੱਚ ਉਹਨਾਂ ਦੀ ਫਿੱਟ ਪੈ ਗਈ। ਤੇ ਕਹਿੰਦੇ ਉਹ ਹਰਨਾਕਸ਼ ਜਿਹਨੇ ਕਿ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ ਸੀ, ਜਿਹੜਾ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੇ ਲੋਕ ਮੰਨਣ ਲਈ ਤਿਆਰ ਹੋ ਗਏ ਸਨ। ਕੋਈ ਨਹੀਂ ਸੀ ਮਾਰ ਸਕਦਾ ਉਹਨੂੰ, ਉਹਨੇ ਐਸੇ ਵਰ ਲੈ ਲਏ। ਪਰ ਕਹਿੰਦੇ ਉਹਦੀ ਫਿੱਕ ਪੈ ਗਈ ਆਪਣੇ ਪੁੱਤਰ ਦੇ ਨਾਲ, ਪ੍ਰਹਿਲਾਦ ਦੇ ਨਾਲ। ਉਸ ਫਿੱਕ ਦਾ ਨਤੀਜਾ ਕੀ ਨਿਕਲਿਆ? ਜਿਹਨੇ ਸਾਰੀ ਸ੍ਰਿਸ਼ਟੀ ਨੂੰ ਜਿੱਤਿਆ ਸੀ, ਉਸ ਨੂੰ ਨਰਸਿੰਘ ਨੇ ਆਪਣੇ ਨੋਹਾਂ ਦੇ ਨਾਲ ਪਾੜ ਕੇ ਸੁੱਟ ਦਿੱਤਾ। ਪਿਓ ਅਤੇ ਪੁੱਤਰ ਦੀ ਫੁੱਟ ਦਾ ਨਤੀਜਾ ਬਣਿਆ। ਫੂਟ ਸੋ ਭਵਿਖਣ ਲੁਟਾਏ ਲੰਕ ਦੀ ਹੈ। ਕਹਿੰਦੇ ਰਾਵਣ ਨੂੰ ਜਿੱਤਣ ਵਾਲਾ ਕੋਈ ਨਹੀਂ ਸੀ। ਰਾਮ ਨੇ ਬੇਸ਼ੱਕ ਹਮਲਾ ਕੀਤਾ, ਪੁੱਤਰ ਭਰਾ ਮਾਰ ਦਿੱਤੇ ਰਾਵਣ ਦੇ, ਪਰ ਰਾਵਣ ਤੇ ਬਾਰ-ਬਾਰ ਵਾਰ ਕਰਦਾ, ਰਾਵਣ ਹੱਸਦਾ, ਨਹੀਂ ਮਰਦਾ। ਭਵਿਖਣ ਕਹਿੰਦਾ ਇਹਦੀ ਧੁਨੀ ਵਿੱਚ ਤੀਰ ਮਾਰੋ, ਇਹ ਤਾਂ ਮਰੇਗਾ, ਮਰ ਗਿਆ। ਕਹਿੰਦੇ ਸੀ ਜੇ ਭਵਿਖਣ ਨਾ ਫੁੱਟਦਾ ਤੇ ਰਾਵਣ ਰਾਮ ਕੋਲੋਂ ਮਰਦਾ ਨਹੀਂ ਸੀ। ਉਹਨਾਂ ਅਗਲੀ ਗੱਲ ਕਹੀ, ਆਖਣ ਲੱਗੇ ਇਸੇ ਤਰੀਕੇ ਦੇ ਨਾਲ ਫੂਟੀ ਕੈਕਈ, ਆਖਦੇ ਜਿਹੜੀ ਕੈਕਈ ਨੇ ਫੁੱਟ ਕੁਰ ਪੰਡ ਗਏ, ਸਭੇ ਕੁਲ ਨਾਸ ਪਏ। 5 ਪਾਂਡਵ 100 ਕੌਰਵ, ਸਾਰੇ ਬਲਸ਼ਾਲੀ, ਪਰ ਆਪਸ ਵਿੱਚ ਫੁੱਟ ਪੈ ਗਈ। ਨਾ ਪਾਂਡਵ ਰਹੇ ਨਾ ਕੌਰਵ ਰਹੇ, ਸਾਰਾ ਕੁਲ ਨਾਸ। ਫੂਟੀ ਸੋ ਕੈਕਾਈ ਸੋ ਰਾਮ ਸੀ ਗਈ ਹੈ। ਜਦੋਂ ਕਹਿੰਦੇ ਕੈਕਈ ਫੁੱਟ ਗਈ ਰਾਮ ਦੇ ਨਾਲੋਂ, ਤੇ ਰਾਮ ਤੇ ਸੀਤਾ ਨੂੰ ਬਨਵਾਸ ਜਾਣਾ ਪਿਆ, ਛੱਡਣਾ ਪਿਆ ਰਾਜ ਭਾਗ। ਉਹਨਾਂ ਅਗਲੀ ਉਦਾਹਰਨ ਦਿੱਤੀ, ਫੂਟੇ ਰਾਜਪੂਤ ਜੋਈ ਬੜੋ ਦੁੱਖ ਪਾਵੈ ਸੋਈ। ਰਾਜਪੂਤ ਇਸ ਦੇਸ਼ ਦੀ ਇੱਕ ਵੱਡੀ ਸੂਰਮਾ ਕੌਮ, ਬਹੁ ਗਿਣਤੀ ਲੋਕ, ਪਰ ਆਪਸੀ ਫੁੱਟ ਨੇ ਉਹਨਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜ ਦਿੱਤਾ। ਇਤਿਹਾਸ ਕਹਿੰਦਾ ਕਿ ਇੱਕ ਸਮੇਂ ਦੇ ਵਿੱਚ ਤਕਰੀਬਨ 30 ਲੱਖ ਦੇ ਕਰੀਬ ਜਿਹੜੀ ਰਾਜਪੂਤਾਂ ਦੀ ਫੌਜ ਸੀ, ਘੋੜ ਸਵਾਰ, ਪਰ ਇਹਨਾਂ ਦੀ ਆਪਸੀ ਫੁੱਟ ਦੇ ਕਾਰਨ ਬਾਹਰੋਂ ਆਏ ਹੋਏ ਮੁੱਠੀ ਭਰ ਲੋਕਾਂ ਨੇ ਇਹਨਾਂ ਨੂੰ ਗੁਲਾਮ ਬਣਾ ਲਿਆ। ਫੂਟੇ ਰਾਜਪੂਤ ਜੋਈ ਬੜੋ ਦੁੱਖ ਪਾਵੈ ਸੋਈ, ਔਰ ਹੈ ਅਨੇਕ ਗਾਤ ਜੋ ਪਾਛੈ ਭਈ ਹੈ। ਤੇ ਉਹਨੇ ਅਖੀਰ ਵਿੱਚ ਸਮਝਾਇਆ, ਇਸ ਕਰਕੇ ਭਾਈ ਫੂਟਨ ਤੇ ਦੁੱਖ, ਮੇਲ ਕੀਏ ਮਹਾ ਸੁਖ, ਤਾਂ ਤੇ ਮੇਲ ਕਰੋ ਪਾਛੈ ਭਈ ਬੀਤ ਗਈ ਹੈ। ਭਾਈ ਜੇ ਫੁੱਟੋਗੇ ਤੇ ਬੜਾ ਦੁੱਖ ਮਿਲੇਗਾ, ਮਿਲੋਗੇ ਤੇ ਮਹਾ ਸੁਖ ਮਿਲੇਗਾ। ਇਸ ਕਰਕੇ ਪਿੱਛੇ ਜੋ ਕੁਝ ਹੋਇਆ ਸੋ ਹੋਇਆ, ਉਹਨੂੰ ਭੁੱਲ ਜਾਓ, ਏਕਾ ਕਰੋ, ਮਿਲੋ ਆਪਸ ਦੇ ਵਿੱਚ, ਮਿਲ ਕੇ ਰਹੋਗੇ ਤੇ ਬੰਧਨ ਟੁੱਟਣਗੇ। ਜੇਕਰ ਟੁੱਟ ਕੇ ਰਹੋਗੇ ਤਾਂ ਬੰਧਨ ਪੈਵਣਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਅਮੋਲਕ ਬਚਨ ਅੱਜ ਸਾਡੀ ਅਗਵਾਈ ਕਰਦਾ ਹੈ। ਸਾਨੂੰ ਇਹਨਾਂ ਬਚਨਾਂ ਨੂੰ ਸਮਝਣ ਦੀ ਤੇ ਮੰਨਣ ਦੀ ਅੱਜ ਬੜੀ ਜ਼ਰੂਰਤ ਹੈ। ਵਰਨਾ ਪੰਜਾਬ ਦੇ ਵਿੱਚ ਰਾਜਨੀਤਿਕ ਹਾਲਾਤ ਜੈਸੇ ਬਣੇ ਨੇ ਤੇ ਮੈਨੂੰ ਖਿਮਾ ਕਰ ਦੇਣਾ, ਪਰ ਮੈਂ ਆਪਣਾ ਫਰਜ਼ ਸਮਝਦਾ ਇਹ ਗੱਲ ਕਹਿਣੀ ਕਿ ਪੰਜਾਬ ਹਮੇਸ਼ਾ ਦਿੱਲੀ ਤੋਂ ਵੱਖਰਾ ਰਿਹਾ। ਪੰਜਾਬ ਦੀ ਸਿਆਸਤ ਤੋਂ ਦਿੱਲੀ ਦੀ ਸਿਆਸਤ ਹਮੇਸ਼ਾ ਵੱਖਰੀ ਰਹੀ। ਜਿਹੜਾ ਪੰਜਾਬ 'ਤੇ ਕਾਬਜ਼ ਹੋਇਆ ਉਹ ਦਿੱਲੀ 'ਤੇ ਕਾਬਜ਼ ਕੋਈ ਹੋਰ ਰਿਹਾ, ਉਹਨੇ ਕਦੇ ਗੁਲਾਮੀ ਨਹੀਂ ਕਬੂਲ ਕੀਤੀ। ਪਰ ਹਾਲਾਤ ਇਹ ਬਣ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਜਿਹੜੇ ਦਿੱਲੀ 'ਤੇ ਕਾਬਜ਼ ਨੇ ਉਹ ਪੰਜਾਬ ਦੇ ਵਿੱਚ ਵੀ ਕਾਬਜ਼ ਹੋਣ ਦੇ ਲਈ ਅਗਰਸਰ ਹੋ ਰਹੇ ਨੇ। ਹਾਲਾਤ ਉਹ ਬਣਾ ਰਹੇ ਨੇ। ਜਥੇਦਾਰ ਸਾਹਿਬ ਜੀ ਦੇ ਉਸ ਬਿਆਨ ਨੂੰ ਮੈਂ ਤੇ ਇਸੇ ਤਰ੍ਹਾਂ ਸਮਝਿਆ ਤੇ ਉਹਨਾਂ ਦਾ ਹੀ ਬਿਆਨ ਆਪ ਜੀ ਦੇ ਸਨਮੁਖ ਦੁਹਰਾ ਰਿਹਾ ਵਾਂ। ਅੱਜ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਸਾਡੀ ਰਾਜਨੀਤਿਕ ਹਾਲਤ ਕੀ ਹੈ, ਸਾਡਾ ਭਵਿੱਖ ਕੀ ਹੋਵੇਗਾ, ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ। ਜੇ ਅੱਜ ਅਸੀਂ ਸੁਚੇਤ ਨਾ ਹੋਏ
ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਸ਼ ਦੇ ਵਿੱਚੋਂ ਜਿਵੇਂ ਬੁੱਧ ਜੈਨ ਇਤਿਆਦਿਕ ਬਾਹਰ ਜਾ ਕੇ ਵਸ ਗਏ, ਪਰ ਇੱਥੇ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ। ਕਿਤੇ ਇਹ ਨਾ ਹੋਵੇ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਹੀ ਜੈਕਾਰੇ ਮਾਰਨ ਜੋਗੇ ਰਹਿ ਜਾਈਏ। ਗੁਰੂ ਕਿਰਪਾ ਕਰੇ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।